ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨੀਕੰਦਨਾ ਅਮਰਦਾਸ ਗੁਰ ਹਿਰਦੈ ਤੇ ਆਵੋ ਹਿਰਦੈ ਤੇ ਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜੁਨ ਵਿਘਨ ਕੇ ਨਾਸ਼ਕ ਵਿਘਨ ਕੇ ਨਾਸ਼ਕ ਹਰ ਗੋਬਿੰਦ ਸੁਬਸ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋਂ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਮੰਦੋਹੋਂ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਸ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਦੋਹਰਾ ਤੇਗ ਬਹਾਦਰ ਸਤਿਗੁਰੂ ਦੁਰਗ ਤੇਰੇ ਇਸ ਰੀਤ। ਤੁਰਕ ਹਰਕ ਉਰ ਮੈਂ ਅਧਿਕ ਜਾਨ ਦੀਨ ਕੀ ਜੀਤ। ਪਰਮ ਸਨਮਾਨਯੋਗ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇ ਉਪਮਾ ਮਹਾਨ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਉਪਸਥਿਤ ਹੋਏ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ, ਆਓ ਮਹਾਰਾਜ ਜੀ ਕੀ ਪਾਰ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਆਰੰਭਤਾ ਕਰੀਏ। ਗੁਰੂ ਇਤਿਹਾਸ ਕੀ ਜੋ ਲੜੀਵਾਰ ਕਥਾ ਸਤਿਗੁਰੂ ਜੀ ਕੇ ਇਹਨਾਂ ਪਵਿੱਤਰ ਸਥਾਨਾਂ ਤੇ ਨਿਤਾ ਪ੍ਰਤ ਹੁੰਦੀ ਹੈ। ਚੱਲਦੀ ਆ ਰਹੀ ਕਥਾ ਲੜੀਵਾਰ ਕਥਾ ਸਤਿਗੁਰੂ ਜੀ ਕੀ ਅਪਾਰ ਬਖਸ਼ਿਸ਼ ਸਦਕਾ ਕੁਝ ਸਮਾਂ ਮਹਾਰਾਜ ਜੀ ਕੇ ਜੀਵਨ ਬਿਰਤਾਂਤਾਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ, ਰਸਨਾ ਪਵਿੱਤਰ ਕਰੀਏ, ਗੁਰੂ ਫਤਿਹ ਨਾਲ ਸਾਂਝ ਪਾਇਓ, ਫਤਿਹ ਪ੍ਰਵਾਨਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੀਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਆਗਰੇ ਦੇ ਨਜ਼ਦੀਕ ਇੱਕ ਜੰਗਲ ਤੋਂ ਕਿਲੇਦਾਰ ਅਤੇ ਕੋਤਵਾਲ ਨੇ ਮਿਲ ਕਰਕੇ ਕੋਈ 400 ਆਪਣੇ ਸਿਪਾਹੀ ਲੈ ਕਰਕੇ ਗ੍ਰਿਫਤਾਰ ਕੀਤਾ ਤੇ ਬੜੇ ਅਦਬ ਦੇ ਨਾਲ ਅਜੇ ਤੱਕ ਸਤਿਗੁਰੂ ਜੀਆਂ ਨੂੰ ਕਿਲੇ ਦੇ ਅੰਦਰ ਕੈਦ ਵਿੱਚ ਰੱਖਿਆ ਗਿਆ ਹੈ। ਇਸ ਤੋਂ ਅੱਗੇ ਜੋ ਕਿਲੇਦਾਰ ਹੈ ਉਹ ਇਹ ਸੁਨੇਹਾ ਬਾਦਸ਼ਾਹ ਔਰੰਗਜ਼ੇਬ ਤੱਕ ਪਹੁੰਚਾਉਂਦਾ ਹੈ ਵੀ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਦਸ਼ਾਹ ਦੇ ਜੋ ਅਗਲੇ ਹੁਕਮ ਹੋਣ ਉਹਦੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਏਗੀ।
ਸੋ ਜਿਵੇਂ ਇਹ ਸੁਨੇਹਾ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਦਾ ਹੈ ਤੇ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਸਿੱਖਾਂ ਸਹਿਤ ਦਿੱਲੀ ਬੁਲਵਾਉਂਦਾ ਹੈ। ਸੋ ਸਾਰਾ ਬਿਰਤਾਂਤ ਭਾਈ ਸਾਹਿਬ ਜੀ ਹੋਰਾਂ ਨੇ ਅੱਗੇ ਅੰਕਿਤ ਕੀਤਾ ਹੈ। ਪ੍ਰਾਰੰਭਤਾ ਵਿੱਚ ਲਿਖਦੇ ਨੇ, ਤੇਗ ਬਹਾਦਰ ਸਤਿਗੁਰੂ ਦੁਰਗ ਥਿਰੇ ਇਸ ਰੀਤ। ਜਿਵੇਂ ਕਿਲ੍ਹੇਦਾਰ ਨੇ ਕਿਹਾ ਸੀ ਕਿ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ, ਜੇਕਰ ਆਪ ਇੱਦਾਂ ਹੀ ਸਹਿਜ ਸੁਭਾਵਕ ਸਾਡੇ ਨਾਲ ਚੱਲਦੇ ਹੋ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ। ਕਿਲ੍ਹੇ ਦੇ ਵਿੱਚ ਵੀ ਰਹਿਣ ਦੇ ਲਈ ਜਥਾ ਸ਼ਕਤ ਸਾਰੇ ਸੁਵਿਧਾ ਇੰਤਜ਼ਾਮ ਜਿਹੜੇ ਨੇ ਉਹ ਆਪ ਜੀ ਦੇ ਲਈ ਕੀਤੇ ਜਾਣਗੇ। ਜੇਕਰ ਨਾ ਜਾਓਗੇ ਤੇ ਫਿਰ ਅਸੀਂ ਗ੍ਰਿਫਤਾਰ ਕਰਾਂਗੇ, ਫਿਰ ਜ਼ਬਰਦਸਤੀ ਲਿਜਾਇਆ ਜਾਏਗਾ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਤੇ ਆਪ ਹੀ ਉਸ ਪਾਸੇ ਵੱਲ ਜਾ ਰਹੇ ਸਨ। ਮਹਾਰਾਜ ਨੇ ਵਿਰੋਧਤਾ ਕਰਨੀ ਕਸ ਲਈ ਹੈ। ਸਤਿਗੁਰੂ ਇਸ ਵੇਲੇ ਕਿਲ੍ਹੇਦਾਰ ਦੇ, ਫੌਜਦਾਰ ਦੇ ਤੇ ਨਾਲ ਕੋਤਵਾਲ ਦੇ ਨਾਲ ਚੱਲ ਪਏ ਸਨ। ਰਾਤ ਕਿਲ੍ਹੇ ਦੇ ਅੰਦਰ ਬੜੇ ਆਰਾਮ ਸਹਿਤ ਟਿਕੇ ਹਨ। ਅੱਗੇ ਭਾਈ ਸੰਤੋਖ ਸਿੰਘ ਜ਼ਿਕਰ ਕਰਦੇ ਹਨ, ਤੁਰਕ ਹਰਖ ਔਰ ਮੈਂ ਅਦਕ, ਜਿਹੜੇ ਹੁਣ ਜਿਨ੍ਹਾਂ ਤੁਰਕਾਂ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉਹ ਬਹੁਤ ਖੁਸ਼ ਨੇ, ਬਹੁਤ ਪ੍ਰਸੰਨ ਨੇ, ਕਿਉਂਕਿ ਜਾਨ ਦੀਨ ਕੀ ਜੀਤ। ਇਸ ਕਰਕੇ ਖੁਸ਼ ਨੇ ਵੀ ਇੱਕ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੇਕਰ ਹਕੂਮਤ ਦੇ ਹੱਥ ਲੱਗਦੇ ਨੇ ਤੇ ਵੱਡੇ ਇਨਾਮ ਮਿਲਣਗੇ। ਦੂਸਰਾ, ਇਹ ਸਾਡੇ ਦੀਨ ਦੀ, ਮਜ਼ਹਬ ਦੀ, ਧਰਮ ਦੀ ਜਿੱਤ ਹੈ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕਰਕੇ ਬਾਦਸ਼ਾਹ ਦੇ ਸਾਨੂੰ ਪੇਸ਼ ਕਰਕੇ ਤੇ ਫਿਰ ਇਹਨਾਂ ਦਾ ਜਿਹੜਾ ਧਰਮ ਹੈ ਉਹ ਤਬਦੀਲ ਕਰਵਾਵਾਂਗੇ। ਪਹਿਲੇ ਇਹਨਾਂ ਨੂੰ ਇਸਲਾਮ ਧਰਮ ਵਿੱਚ ਲਿਆਵਾਂਗੇ ਤੇ ਪਿੱਛੋਂ ਫਿਰ ਜਿਤਨਾ ਸਨਾਤਨੀ ਸਮਾਜ ਹੈ, ਜਿਹੜੇ ਇਹਨਾਂ ਦੇ ਅਨਿਆਯੀ ਸਿੱਖ ਹਨ, ਉਹਨਾਂ ਸਾਰਿਆਂ ਨੂੰ ਇਹ ਕਵਾਂਗੇ ਵੀ ਤੁਹਾਡੇ ਗੁਰੂ ਨੇ ਧਰਮ ਤਬਦੀਲ ਕਰ ਲਿਆ, ਹੁਣ ਤੁਸੀਂ ਵੀ ਕਰੋ। ਇਸ ਵੇਲੇ ਸਮੁੱਚੇ ਹਿੰਦੁਸਤਾਨ ਵਿੱਚ ਕੇਵਲ ਇੱਕ ਹੀ ਧਰਮ ਰਹਿ ਜਾਏਗਾ, ਲੇਕਿਨ ਇਹ ਉਹਨਾਂ ਦਾ ਸਭ ਤੋਂ ਵੱਡਾ ਭੁਲੇਖਾ ਹੈ। ਸੋ ਇੱਥੋਂ ਤੱਕ ਅਜੇ ਗ੍ਰਿਫਤਾਰ ਕਰਦਿਆਂ ਆਪਣੇ ਆਪ ਵਿੱਚ ਖੁਸ਼ ਹੁੰਦਿਆਂ ਬਾਤਾਂ ਕਰਦੇ ਹਨ ਵੀ ਅੱਜ ਸਾਡੇ ਦੀਨ ਦੀ, ਧਰਮ ਦੀ, ਮਜ਼ਹਬ ਦੀ ਜਿੱਤ ਹੋਈ ਹੈ। ਚੌਪਈ ਹੋਨਹਾਰ ਮੂਰਖ ਨ ਜਾਣੈ। ਲੇਕਿਨ ਇਹ ਜਿਹੜੇ ਮੂਰਖ ਨੇ, ਮੂੜ ਮਨੁੱਖ ਨੇ, ਇਹ ਨਹੀਂ ਜਾਣਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਣਾ ਹੈ, ਕਿਸ ਪੁਰਖ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨੇ ਕੀ ਕਰ ਦੇਣਾ ਹੈ। ਜੋ ਕੁਝ ਇਹ ਸੋਚ ਰਹੇ ਹਨ, ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਉਲਟ ਹੀ ਸਭ ਕੁਝ ਹੋ ਸਕਦਾ ਹੈ। ਇਸ ਗੱਲ ਦਾ ਅਜੇ ਤੱਕ ਇਹਨਾਂ ਨੂੰ ਕੋਈ ਗਿਆਨ ਨਹੀਂ ਹੈ ਜੀ। ਆਪਣੀ ਜਰਾ ਲੱਗੀ ਕੋ ਹਾਨੈ। ਇਹ ਤੇ ਇਹ ਕਾਰਜ ਕਰ ਰਹੇ ਹਨ ਜਿਵੇਂ ਕੋਈ ਮਨੁੱਖ ਆਪਣੀਆਂ ਜੜ੍ਹਾਂ ਆਪ ਵੱਢ ਰਿਹਾ, ਆਪ ਪੱਟ ਰਿਹਾ ਹੋਵੇ। ਜਿਹੜੀਆਂ ਇਹਨਾਂ ਦੀਆਂ ਜੜ੍ਹਾਂ, ਹਕੂਮਤ ਦੀਆਂ ਜੜ੍ਹਾਂ ਲੱਗੀਆਂ ਨੇ, ਤੁਰਕ ਰਾਜ ਬਣਿਆ ਹੋਇਆ ਹੈ। ਬਾਦਸ਼ਾਹ ਔਰੰਗਜ਼ੇਬ ਨੇ ਜੋ ਕੁਝ ਕੀਤਾ ਹੈ ਤੇ ਅੱਗੇ ਉਹਦੇ ਅਹਿਲਕਾਰ ਉਹਦੀ ਸਹਿਮਤੀ ਦੇ ਨਾਲ ਜੋ ਜੋ ਵਰਤਾਰੇ ਵਰਤਾ ਰਹੇ ਹਨ। ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕੀਤਾ, ਮਾਨੋ ਇਹਨਾਂ ਨੇ ਆਪਣੀਆਂ ਜੜ੍ਹਾਂ ਆਪ ਹੀ ਆਪਣੇ ਹੱਥੀਂ ਪੱਟ ਲਈਆਂ ਹਨ। ਸੰਗ ਦੁਰਗ ਪਤ ਕੇ ਕੁਤਵਾਲ। ਇੱਕ ਕਿਲ੍ਹੇਦਾਰ ਸੀ ਤੇ ਦੂਸਰਾ ਕੋਤਵਾਲ, ਇਹ ਦੋਨੋਂ ਆਪਸ ਵਿੱਚ ਇਉਂ ਵਿਚਾਰਾਂ ਕਰਦੇ ਹਨ। ਮਿਲ ਮਸਲਤ ਕੀ ਨਸ ਤਿਸ ਕਾਲ। ਫਿਰ ਦੁਬਾਰਾ ਮਿਲ ਕਰਕੇ ਬੈਠੇ ਮਹਾਰਾਜ ਕਿਲ੍ਹੇ ਵਿੱਚ ਰੁਕੇ ਹੋਏ ਹਨ ਤੇ ਇਹ ਦੋਨੋਂ ਮਿਲ ਕਰਕੇ ਆਪਸ ਵਿੱਚ ਸਲਾਹ ਆਦਿਕ ਕਰਦੇ ਹਨ। ਲਿਖੀ ਬਨਾਏ ਸਿੰਘ ਤਬ ਅਰਜੀ। ਫਿਰ ਇਹਨਾਂ ਨੇ ਆਪਸੀ ਸਲਾਹ ਕਰਨ ਤੋਂ ਉਪਰੰਤ ਇੱਕ ਅਰਜ਼ ਕੀਤੀ, ਭਾਵ ਇੱਕ ਚਿੱਠੀ ਕਹਿ ਲਈਏ, ਪੱਤਰਕਾ ਕਹਿ ਲਈਏ, ਜੋ ਆਪਣੇ ਪਾਸ ਤੋਂ ਲਿਖੀ ਹੈ ਜੀ। ਹਜ਼ਰਤ ਪਾਏ ਆਪ ਕੀ ਮਰਜੀ। ਉਹਦੇ ਵਿੱਚ ਲਿਖ ਦਿੱਤਾ ਹੈ ਕਿ ਬਾਦਸ਼ਾਹ ਔਰੰਗਜ਼ੇਬ ਆਪ ਜੀ ਦੇ ਹੁਕਮ ਦੀ ਹੁਣ ਲੋੜ ਹੈ, ਜਿਵੇਂ ਆਪ ਜੀ ਕੀ ਮਰਜ਼ੀ ਹੁੰਦੀ ਹੈ। ਹਿੰਦੁਨ ਗੁਰੂ ਸਿਰ ਤੇਗ ਬਹਾਦਰ। ਹਿੰਦੂਆਂ ਦੇ ਜਿਹੜੇ ਮੁਖੀ ਗੁਰੂ, ਜਿਨ੍ਹਾਂ ਨੇ ਸਾਨੂੰ ਕਿਹਾ ਸੀ ਵੀ ਪਹਿਲੇ ਸਾਡਾ ਧਰਮ ਤਬਦੀਲ ਕਰਵਾਓ, ਬਾਕੀ ਸਭ ਆਪਣੇ ਆਪ ਤਬਦੀਲ ਕਰ ਲੈਣਗੇ, ਉਹ ਮੁਖੀ ਗੁਰੂ ਤੇਗ ਬਹਾਦਰ ਮਹਾਰਾਜ ਜੀਓ। ਰਾਖਿਓ ਰੋਕ ਦੁਰਗ ਮੈਂ ਸਾਦਰ। ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਆਪਣੇ ਪਾਸੇ ਤੇ ਕਿਲ੍ਹੇ ਦੇ ਵਿੱਚ ਕੱਲ ਰੋਜ਼ ਤੋਂ ਰੱਖ ਲਿਆ ਹੈ। ਉਤਰੇ ਹੁਤੇ ਬਾਗ ਮੈਂ ਆਏ। ਕਿਉਂਕਿ ਉਹ ਇੱਧਰ ਸਾਡੇ ਇਲਾਕੇ ਦੇ ਵਿੱਚ ਵਿਚਰਦੇ ਹੋਏ ਇੱਥੇ ਨਜ਼ਦੀਕ ਹੀ ਇੱਕ ਬਾਗ ਦੇ ਵਿੱਚ ਉਤਰੇ ਹੋਏ ਸਨ। ਹਮ ਤੂਰਨ ਗਮਨੇ ਸੁਧ ਪਾਏ। ਤੇ ਜਿਵੇਂ ਹੀ ਸਾਨੂੰ ਪਤਾ ਲੱਗਾ, ਕਿਲ੍ਹੇਦਾਰ ਨੇ ਤੇ ਕੋਤਵਾਲ ਨੇ ਬਾਤ ਲਿਖੀ ਹੈ ਉਸ ਪੱਤਰਕਾ ਦੇ ਅੰਦਰ,
ਕਿ ਜਿਵੇਂ ਹੀ ਸਾਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਇਸ ਸਥਾਨ ਤੇ ਉਤਰੇ ਹੋਏ ਹਨ, ਤੁਰਤ ਅਸੀਂ ਨੇ ਜਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜ ਸੌਰ ਸਾਥ ਜਿਨ ਔਰ, ਤੇ 5 ਉਹਨਾਂ ਦੇ ਨਾਲ ਸਿੱਖ ਸਿਪਾਹੀ ਹੋਰ ਹੈਗੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ 5 ਸਿੱਖ ਨੇ ਘੋੜਿਆਂ ਤੇ ਸਵਾਰ ਸ਼ਸਤਰਬੱਧ। ਸੋ 5 ਜਿਹੜੇ ਸਿਪਾਹੀ ਸਵਾਰ ਹਨ ਉਹ ਵੀ ਮਹਾਰਾਜ ਕੇ ਸਾਥ ਗੁਰੂ ਤੇਗ ਬਹਾਦਰ ਨਾਲ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੰਗ ਗ੍ਰਿਫਤਾਰ ਕੀਤੇ ਹਨ। ਆਨੇ ਸਾਥ ਜਾਏ ਤਿਸ ਠੋਰ, ਜਿਸ ਵਕਤ ਮਹਾਰਾਜ ਗੁਰੂ ਤੇਗ ਬਹਾਦਰ ਜੀਆਂ ਨੂੰ ਅਸੀਂ ਗ੍ਰਿਫਤਾਰ ਕਰਨ ਗਏ ਹਾਂ, ਉਸ ਵਕਤ ਉਹ ਵੀ ਨਾਲ ਸਨ, ਇਸ ਕਰਕੇ ਉਹਨਾਂ ਨੂੰ ਵੀ ਨਾਲ ਹੀ ਗ੍ਰਿਫਤਾਰ ਕੀਤਾ ਗਿਆ ਹੈ। ਅਬ ਰਾਵਰ ਕੀ ਮਰਜੀ ਜੈਸੇ, ਹੁਣ ਉਹ ਸਰਜੀ ਵਿੱਚ ਲਿਖ ਦਿੱਤਾ ਹੈ ਕਿ ਬਾਦਸ਼ਾਹ ਜਿਵੇਂ ਆਪ ਜੀ ਕੀ ਮਰਜ਼ੀ ਹੋਵੇ, ਜਿਵੇਂ ਆਪ ਜੀ ਦਾ ਹੁਕਮ ਹੋਵੇ, ਅੱਗੇ ਉਸੇ ਅਨੁਸਾਰ ਕੰਮ ਕੀਤਾ ਜਾਏਗਾ। ਲਿਖ ਪਰਵਾਨਾ ਪਠੀਏ ਤੈਸੇ, ਆਪ ਆਪਣੇ ਇੱਕ ਹੁਕਮ ਵਿੱਚ ਲਿਖ ਕੇ ਸਾਨੂੰ ਭੇਜ ਦੇਵੋ, ਦੱਸ ਦੇਵੋ ਵੀ ਅੱਗੇ ਹੁਣ ਕੀ ਕਰਨਾ ਹੈ, ਕਿਉਂਕਿ ਗ੍ਰਿਫਤਾਰੀ ਤੱਕ ਦੇ ਹੁਕਮ ਤੇ ਪਹਿਲੇ ਵੀ ਆ ਚੁੱਕੇ ਸਨ। ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਅਗਲਾ ਹੁਕਮ ਜੋ ਹਕੂਮਤ ਕਰੇਗੀ, ਜੋ ਮੁੱਖ ਜਿਹੜਾ ਨੁਰੰਗਾ ਹੈ ਉਹ ਕਰੇਗਾ, ਉਸ ਤੋਂ ਅੱਗੇ ਫਿਰ ਅਗਲਾ ਕੰਮ ਕੀਤਾ ਜਾਏਗਾ। ਸੋ ਹੁਣ ਜੋ ਅੱਗੇ ਦਾ ਹੁਕਮ ਹੈ, ਆਪਣੇ ਪਰਵਾਣੇ ਵਿੱਚ ਹੁਕਮ ਲਿਖ ਕਰਕੇ ਭੇਜੋ ਜੀ। ਇਮ ਕਾਗਦ ਪਰ ਲਿਖਿਓ ਬਨਾਈ, ਇਸ ਵਿਦ ਕੋਤਵਾਲ ਨੇ ਤੇ ਕਿਲੇਦਾਰ ਨੇ ਮਿਲ ਕਰਕੇ ਆਪਣੀ ਇੱਕ ਮਸਲਤ ਸਲਾਹ ਕਰਕੇ ਇੱਕ ਕਾਗਜ਼ ਦੇ ਉੱਪਰ ਇਹ ਬਾਤ ਲਿਖੀ ਸੀ। ਕਹੋ ਸੌਰ ਸੰਗ ਸਮਝਾਈ, ਤੇ ਆਪਣੇ ਪਾਸ ਤੋਂ ਇੱਕ ਸਿਪਾਹੀ ਬੁਲਾ ਕਰਕੇ ਤੇ ਉਸ ਨੂੰ ਫਿਰ ਇਹ ਸਾਰੀ ਬਾਤ ਵਿਥਿਆ ਜੋ ਹੈ ਸਮਝਾਉਂਦੇ ਹਨ। ਨਹਿ ਬਿਲਮੋ ਬਿਸਰਾਮੋ ਥੋਰਾ, ਉਸ ਨੂੰ ਇਹ ਅਰਜੀ ਦਿੱਤੀ ਤੇ ਨਾਲ ਉਸ ਨੂੰ ਇਹ ਕਿਹਾ ਵੀ ਰਸਤੇ ਵਿੱਚ ਕਿਤੇ ਵੀ ਦੇਰੀ ਨਹੀਂ ਕਰਨੀ, ਕਿਤੇ ਰੁਕਣਾ ਨਹੀਂ, ਵਿਲਮ ਨਹੀਂ ਲਾਉਣਾ, ਜਲਦੀ ਦਿੱਲੀ ਵੱਲ ਬਾਦਸ਼ਾਹ ਪਾਸ ਪਹੁੰਚਣਾ ਹੈ। ਦੋਰਿਓ ਜਾਹੋ ਸਾਹੋ ਕੀ ਓਰਾ, ਦੌੜ ਕਰਕੇ ਤਾ ਕਰਕੇ ਜਲਦੀ ਜਾਓ, ਇਹ ਜੋ ਪੱਤਰਕਾ ਹੈ ਇਸ ਨੂੰ ਲੈ ਕਰਕੇ ਬਾਦਸ਼ਾਹ ਦੀ ਪਾਸ ਪਹੁੰਚੋ ਜੀ। ਪਹੁੰਚੋ ਜਾਏ ਦੇਹੋ ਤਬ ਅਰਜੀ, ਤੇ ਪਹੁੰਚ ਕਰਕੇ ਇਹ ਸਾਡੇ ਵੱਲੋਂ ਲਿਖੀ ਹੋਈ ਜਿਹੜੀ ਅਰਜੀ ਹੈ ਬਾਦਸ਼ਾਹ ਦੇ ਹਾਜ਼ਰ ਕੀਤੀ ਜਾਏ। ਪੜ ਕਰ ਲਿਖੈ ਬੋਰ ਨਿਜ ਮਰਜੀ, ਤੇ ਜਿਸ ਵਕਤ ਬਾਦਸ਼ਾਹ ਔਰੰਗਜ਼ੇਬ ਪੜ੍ਹ ਲਵੇਗਾ ਤੇ ਅੱਗੇ ਉਹਦਾ ਜੋ ਫੈਸਲਾ ਹੋਵੇਗਾ ਜਾਂ ਉਹਦੀ ਜਿਹੜੀ ਸਭਾ ਹੈ ਮਿਲ ਕਰਕੇ ਜੋ ਵੀ ਫੈਸਲਾ ਲਵੇਗੀ, ਉਹ ਉਹਨਾਂ ਨੂੰ ਕਹਿਣਾ ਵੀ ਆਪਣੀ ਇੱਕ ਅਰਜੀ ਲਿਖ ਕਰਕੇ ਤੇ ਇਸੇ ਤਰ੍ਹਾਂ ਸਾਨੂੰ ਵਾਪਸ ਦੇ ਦੇਵੋ। ਇੱਕ ਸਿਪਾਹੀ ਨੂੰ ਬਾਤ ਕਹੀ ਗਈ ਹੈ ਕਿ ਇਹ ਜਲਦੀ ਤੋਂ ਜਲਦੀ ਜਿਹੜੀ ਅਰਜੀ ਹੈ ਬਾਦਸ਼ਾਹ ਔਰੰਗਜ਼ੇਬ ਦੇ ਹਾਜ਼ਰ ਕੀਤੀ ਜਾਏ। ਸਭ ਸੁਧ ਦੇ ਆਓ ਤਤਕਾਲਾ, ਇਹ ਸੁਨੇਹਾ ਦੇ ਕਰਕੇ ਤੇ ਜਲਦੀ ਹੀ ਤੁਸੀਂ ਵਾਪਸ ਮੁੜਨ ਦੀ ਕੋਸ਼ਿਸ਼ ਕਰਨੀ ਹੈ ਜੀ। ਲੈ ਇਨਾਮ ਕੋ ਦਰਬ ਵਿਸਾਲਾ, ਤੇ ਜੇਕਰ ਜਲਦੀ ਇਹ ਕਾਰਜ ਕਰਦੇ ਹੋ ਤੇ ਤੁਹਾਨੂੰ ਵੀ ਇਨਾਮ ਦਿੱਤਾ ਜਾਏਗਾ, ਕਿਉਂਕਿ ਅਕਸਰ ਜਿਹੜੀ ਇਸਲਾਮੀ ਹਕੂਮਤ ਸੀ ਨਾ, ਉਹ ਇਹਦੇ ਉੱਪਰ ਬਹੁਤ ਕੰਮ ਕਰਦੀ ਸੀ। ਜੋ ਵੀ ਕੋਈ ਐਸਾ ਕੰਮ ਕਰਦਾ, ਕਿਲੇਦਾਰ ਹੁੰਦਾ, ਕੋਤਵਾਲ ਹੁੰਦਾ, ਕਾਜੀ ਹੁੰਦਾ, ਹਕੂਮਤ ਉਹਨੂੰ ਥੋੜ੍ਹਾ ਬਹੁਤ ਇਨਾਮ ਦੇ ਦਿੰਦੀ ਸੀ। ਸੋ ਇਹਦੇ ਕਰਕੇ ਫਿਰ ਜਿਹੜੇ ਅੱਗੇ ਸਿਪਾਹੀ ਫੌਜਦਾਰ ਆਦਿਕ ਹੁੰਦੇ ਸਨ, ਉਹ ਇਨਾਮ ਦੇ ਲਾਲਚ ਵਿੱਚ ਐਸੇ ਕਾਰਜ ਬਹੁਤ ਜਲਦੀ ਨਿਬੇੜ ਲੈਂਦੇ ਸਨ। ਜਿਵੇਂ ਸ਼ੇਰ ਅਫਗਾਨ ਦਾ ਪਿੱਛੇ ਜ਼ਿਕਰ ਆਇਆ ਸੀ ਤੇ ਉਹਨੂੰ ਵੀ ਹੁਕਮ ਭੇਜਿਆ ਜਦੋਂ ਬਾਦਸ਼ਾਹ ਔਰੰਗਜ਼ੇਬ ਨੇ, ਤੇ ਕਹਿ ਦਿੱਤਾ ਵੀ ਜੇ ਤੇਰਾ ਸੂਬਾ ਕਸ਼ਮੀਰ ਸਭ ਤੋਂ ਪਹਿਲਾਂ ਇਸਲਾਮੀ ਹੋਏਗਾ ਨਾ, ਤੇ ਤੇਰੀ ਪਦਵੀ ਤਬਦੀਲ ਕਰਕੇ ਤੈਨੂੰ ਉੱਚ ਅਹੁਦਾ ਦਿੱਤਾ ਜਾਏਗਾ। ਸੋ ਇਹਨਾਂ ਲਾਲਚਾਂ ਦੇ ਅੰਦਰ ਫਿਰ ਜਿਹੜੀ ਹਕੂਮਤ ਦੇ ਕਰਿੰਦੇ ਹੁੰਦੇ ਸਨ, ਉਹ ਬਹੁਤ ਜਲਦੀ ਆਪਣੇ ਜਿਹੜੇ ਕਾਰਜ ਕਰਦੇ ਸਨ। ਇੱਥੇ ਸਿਪਾਹੀ ਨੂੰ ਵੀ ਕਿਲੇਦਾਰ ਨੇ ਕਹਿ ਦਿੱਤਾ ਹੈ ਕਿ ਜਿਤਨੀ ਜਲਦੀ ਵਾਪਸ ਆਏਗਾ ਓਨਾ ਹੀ ਜਲਦੀ ਵੱਡਾ ਇਨਾਮ ਤੈਨੂੰ ਮਿਲੇਗਾ ਜੀ। ਸੁਣ ਸਾਉਰ ਹੈ ਦੀਨ ਨਿਹਾਰੀ, ਤੇ ਜਿਹੜਾ ਸਿਪਾਹੀ ਜਾ ਰਿਹਾ ਸੀ ਸੰਦੇਸ਼ਾ ਲੈ ਕਰਕੇ, ਉਸਨੇ ਵੀ ਆਪਣੇ ਧਰਮ ਦਾ ਇਹ ਕਾਰਜ ਜਿਹੜਾ ਹੈ ਸਮਝਿਆ ਹੈ ਜੀ। ਜੀਨ ਪਾਏ ਕੀ ਨਸ ਅਸਵਾਰੀ, ਹੁਕਮ ਮਿਲਦਿਆਂ ਹੀ ਆਪਣੇ ਘੋੜੇ ਤੇ ਕਾਠੀ ਪਾਈ ਅਸਵਾਰ ਹੋ ਗਿਆ, ਚੱਲ ਪਿਆ ਬਾਦਸ਼ਾਹ ਔਰੰਗਜ਼ੇਬ ਵੱਲ ਨੂੰ ਜੀ। ਦਿੱਲੀ ਕੇ ਮਗ ਕੋ ਤਬ ਚਾਲਾ, ਦਿੱਲੀ ਦੇ ਰਾਸਤੇ ਦੇ ਉੱਪਰ ਚੜ ਗਿਆ ਹੈ, ਤੁਰ ਪਿਆ ਹੈ ਜਲਦੀ ਨਾਲ, ਘੋੜਾ ਤਿਆਰ ਕਰਕੇ ਕਿਲੇਦਾਰ ਦਾ ਹੁਕਮ ਮਿਲਦਿਆਂ ਹੀ ਉਹ ਪੱਤਰਕਾ ਅਰਜੀ ਲੈ ਕਰਕੇ ਦਿੱਲੀ ਵੱਲ ਨੂੰ ਚੱਲਿਆ ਹੈ ਜੀ। ਬਿਲਮ ਬਹੀਨਾ ਸ੍ਰਿੰਗ ਵਿਸਾਲਾ, ਬਿਲਮ ਬਹੀਨਾ, ਉਹ ਵੀ ਆਪਣੇ ਮਨ ਤੋਂ ਇਉਂ ਉਤਾਵਲਾ ਹੈ ਵੀ ਮੈਂ ਦੇਰੀ ਨਾ ਹੀ ਕਰਾਂ ਤੇ ਚੰਗਾ ਹੈ। ਰਾਸਤੇ ਅੰਦਰ ਕਿਤੇ ਦੇਰੀ ਨਹੀਂ, ਸ਼ੀਘਰ ਵਿਸ਼ਾਲਾ, ਬਹੁਤ ਜਲਦੀ ਸਫ਼ਰ ਤੈਅ ਕਰ ਰਿਹਾ ਹੈ। ਜਿਵੇਂ ਇੱਕ ਹੁੰਦਾ ਨਾ ਸਫ਼ਰ ਆਪਾਂ ਆਰਾਮ ਨਾਲ ਤੁਰਦੇ ਆ, ਇੱਕ ਹੁੰਦਾ ਕਾਹਲੀ ਦੇ ਵਿੱਚ ਬਹੁਤ ਜਲਦੀ ਜਲਦੀ ਸਫ਼ਰ ਲੰਘਦੇ ਜਾਣਾ।
ਸੋ ਉਹ ਵੀ ਇਸ ਕਾਰਜ ਨੂੰ ਧਰਮ ਦਾ ਕਾਰਜ ਸਮਝ ਕੇ ਤੇ ਇਨਾਮ ਦੇ ਲਾਲਚ ਵਿੱਚ ਬਹੁਤ ਜਲਦੀ ਦਿੱਲੀ ਵੱਲ ਨੂੰ ਜਾ ਰਿਹਾ ਹੈ ਜੀ। ਨਿਸਬਾਸਰ ਮੈਂ ਪੰਥ ਪਿਆਨੈ। ਨਿਸਬਾਸਰ ਦਿਨੇ ਵੀ ਤੁਰਦਾ ਹੈ ਤੇ ਰਾਤ ਵੀ ਤੁਰਦਾ ਹੈ, ਵਿਸ਼ਰਾਮ ਨਹੀਂ ਕਰਦਾ। ਥੋੜਾ ਬਹੁਤ ਵਿਸ਼ਰਾਮ ਆਦਿ ਕੀਤਾ ਤੇ ਘੋੜੇ ਤੇ ਚੜ੍ਹ ਕੇ ਅੱਗੇ ਨਿਕਲ ਪਿਆ, ਇਸ ਵਿਧ ਜਾ ਰਿਹਾ ਸੀ। ਆਦਿਕ ਥਕੈ ਬਿਸਰਾਮ ਸੋ ਠਾਨੈ। ਲੰਬੇਰਾ ਸਫ਼ਰ ਕਰਨ ਕਰਕੇ ਸਰੀਰ ਬੇਸ਼ੱਕ ਥੱਕਦਾ ਹੁੰਦਾ ਹੈ, ਲੇਕਿਨ ਵਿਸ਼ਰਾਮ ਨਹੀਂ ਕਰਦਾ। ਜਲਦੀ ਹੀ ਬਾਦਸ਼ਾਹ ਵੱਲ ਨੂੰ ਜਾ ਰਿਹਾ ਹੈ। ਦਿਨ 2 ਮੈਂ ਪਹੁੰਚਿਓ ਆਈ। 2 ਦਿਨ ਦੇ ਕਰੀਬ ਉਸ ਨੂੰ ਸਮਾਂ ਲੱਗਾ ਹੈ ਰਸਤੇ ਦੇ ਅੰਦਰ, ਤੇ ਜਾ ਪਹੁੰਚਿਆ ਹੈ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਅੰਦਰ ਜੀ। ਅਰਜੀ ਸ਼ਾਹੋ ਸਮੀਪ ਪਠਾਈ। ਤੇ ਕਿਲੇਦਾਰ ਵੱਲੋਂ ਦਿੱਤੀ ਹੋਈ ਉਹ ਅਰਜੀ, ਜਿਹਦੇ ਵਿੱਚ ਲਿਖਿਆ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕਰ ਅਸੀਂ ਕਿਲੇ ਅੰਦਰ ਰੱਖਿਆ ਹੋਇਆ ਹੈ, ਜਾ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਹਾਜ਼ਰ ਕਰ ਦਿੱਤੀ ਹੈ। ਨਵੀਂ ਸਿੰਧ ਨੇ ਖੋਲ ਸੁਣਾਈ। ਨਵੀਂ ਸਿੰਧ ਕਹਿੰਦੇ ਨੇ ਮੁਨਸ਼ੀ ਨੂੰ, ਫਾਰਸੀ ਦਾ ਇਹ ਸ਼ਬਦ ਹੈ। ਜਿਹੜਾ ਔਰੰਗਜ਼ੇਬ ਦਾ ਮੁਨਸ਼ੀ ਹੈ, ਜਿਹੜਾ ਉਸ ਨੂੰ ਇਹ ਚਿੱਠੀਆਂ ਆਦਿਕ ਪਰਵਾਨੇ ਪੜ੍ਹ ਕੇ ਸੁਣਾਉਂਦਾ ਹੈ, ਉਸ ਨੂੰ ਪਾਸ ਬੁਲਾਇਆ ਤੇ ਉਸਨੇ ਉਹ ਜਿਹੜੀ ਪੱਤਰਕਾ ਚਿੱਠੀ ਜੋ ਅਰਜੀ ਲਿਖੀ ਹੈ ਉਹ ਪੜ੍ਹ ਕੇ ਆਪਣੇ ਹਜ਼ਰਤ ਬਾਦਸ਼ਾਹ ਔਰੰਗਜ਼ੇਬ ਨੂੰ ਸੁਣਾਈ ਹੈ। ਹਿੰਦੁਨ ਗੁਰੂ ਲੀਨ ਅਟਕਾਈ। ਤੇ ਬੜਾ ਪ੍ਰਸੰਨ ਹੋ ਕਰ ਕੇ ਕਿਆ ਬਾਦਸ਼ਾਹ ਮੁਬਾਰਕ ਹੋਵੇ ਕਿ ਕਾਸਤੋ ਜੀ ਕਹਿਣ ਲੱਗਾ, ਜਿਹੜਾ ਹਿੰਦੂਆਂ ਦੇ ਗੁਰੂ ਹਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ। ਸੁਨ ਹਰਖੋ ਮੂਰਖ ਚਤੁਆਰੀ। ਫਿਰ ਜਿਹੜਾ ਬਾਦਸ਼ਾਹ ਔਰੰਗਜ਼ੇਬ ਸੀਗਾ, ਉਸ ਨੇ ਜਿਸ ਵਕਤ ਇਹ ਸੁਣਿਆ ਕਿ ਜੇ ਹਿੰਦੂਆਂ ਦੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹ ਸੁਣ ਕਰਕੇ ਬਹੁਤ ਪ੍ਰਸੰਨ ਹੋਇਆ ਹੈ। ਅਵਨੀ ਰਾਜ ਤੇਜ ਮਦ ਮਤਾ। ਅਵਨੀ ਰਾਜ, ਕਿਉਂਕਿ ਉਹਦਾ ਰਾਜ ਪਹਿਲੇ ਹੀ ਬਹੁਤ ਵੱਡਾ ਹੈ, ਤੇ ਦੂਸਰਾ ਹੁਣ ਉਹਨੇ ਜਿਹੜਾ ਕਾਰਜ ਪ੍ਰਾਰੰਭਿਆ ਹੈ ਸਮੁੱਚੇ ਹਿੰਦੁਸਤਾਨ ਦੇਸ਼ ਵਿੱਚ ਆਪਣੇ ਮਜ਼ਹਬ ਨੂੰ ਫੈਲਾਉਣਾ, ਦੀਨ ਇਸਲਾਮ ਦੇ ਅੰਦਰ ਲੈ ਕੇ ਆਉਣਾ, ਇਸ ਕਾਰਜ ਦੇ ਕਰਨ ਵਿੱਚ ਉਹ ਬਹੁਤ ਇਉਂ ਕਹਿ ਲਈਏ ਵੀ ਮਸਤਿਆ ਹੋਇਆ ਹੈ। ਬੜਾ ਆਪਣੇ ਆਪ ਦੇ ਅੰਦਰ ਬਹੁਤ ਪ੍ਰਸੰਨ ਹੈ ਵੀ ਮੈਂ ਬਹੁਤ ਧਰਮ ਦੇ ਵੱਡੇ ਕਾਰਜ ਧਰਮ ਦੇ ਲਈ ਕਰ ਰਿਹਾ ਹਾਂ। ਕਹਿ ਤੂਰਨ ਉਮਰਾਵ ਚੜਾਇਓ। ਇਸ ਵਿਦਨਾ ਜਿਵੇਂ ਹੀ ਫਿਰ ਬਾਦਸ਼ਾਹ ਔਰੰਗਜ਼ੇਬ ਨੂੰ ਇਹ ਖਬਰ ਮਿਲਦੀ ਹੈ, ਉਹ ਫਿਰ ਆਪਣੇ ਕੁਝ ਨਿੱਜੀ ਫੌਜਦਾਰ ਜਿਹੜੇ ਹਨ ਉਹਨਾਂ ਨੂੰ ਇਸ ਪਾਸੇ ਵੱਲ ਤੋਰਦਾ ਹੈ ਜੀ। ਲਸਕਰ ਸੰਗ ਸਮੂਹ ਪਠਾਇਓ। ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਨਿੱਜੀ ਫੌਜਦਾਰ ਜਿਹੜੇ ਉਹਦੇ ਬਹੁਤ ਨਿੱਜੀ ਸਨ, ਕਿਉਂਕਿ ਬਹੁਤ ਵੱਡੀ ਫੌਜ ਬਾਦਸ਼ਾਹ ਔਰੰਗਜ਼ੇਬ ਆਪਣੇ ਪਾਸ ਰੱਖਦਾ ਸੀ ਤੇ ਵੱਡੀਆਂ ਮੁਹਿੰਮਾਂ ਤੇ ਚੜ੍ਹਦਾ ਹੁੰਦਾ ਸੀ। ਸੋ ਉਹਨਾਂ ਨੂੰ ਪਾਸ ਬੁਲਾ ਕਰਕੇ ਤੇ ਬਹੁਤ ਭਾਰੀ ਲਸ਼ਕਰ ਲੈ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕਰ ਇੱਥੋਂ ਆਗਰੇ ਵੱਲ ਤੋਂ ਦਿੱਲੀ ਨੂੰ ਲੈ ਕੇ ਜਾਣ ਦੀ ਤਿਆਰੀ ਕੀਤੀ ਹੈ। ਸਭ ਹਜ਼ਾਰ ਦਵਾਦਸ ਅਸਵਾਰ। ਜਿਸ ਵਕਤ ਮਹਾਰਾਜ ਜੀਆਂ ਨੂੰ ਇਸ ਸਥਾਨ ਤੋਂ ਉਧਰ ਨੂੰ ਲਿਜਾਇਆ ਜਾਣਾ ਹੈ, ਕੋਈ 12,000 ਦੇ ਕਰੀਬ ਸਿਪਾਹੀ ਦੀ ਗਿਣਤੀ ਭਾਈ ਸਾਹਿਬ ਜੀ ਹੋਰਾਂ ਨੇ ਦਰਜ ਕੀਤੀ ਹੈ, ਜਿਹੜੇ ਬਾਦਸ਼ਾਹ ਨੇ ਆਪਣੇ ਫੌਜਦਾਰਾਂ ਨੂੰ ਹੁਕਮ ਦੇ ਕਰਕੇ ਤਿਆਰ ਕਰਵਾਏ ਨੇ। ਇਤਨੀ ਵੱਡੀ ਫੌਜ ਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕਰਨਾ, ਇਹਦਾ ਕਾਰਨ ਕੀ ਹੈ ਉਹ ਵੀ ਥੋੜਾ ਜਿਹਾ ਅੱਗੇ ਪ੍ਰਸੰਗ ਵਿੱਚ ਵਿਖਿਆਨ ਆਵੇਗਾ ਵੀ ਕਿਸ ਤੋਂ ਫੌਜ ਇਕੱਤਰ ਕੀਤੀ ਜਾਂਦੀ ਹੈ। ਸੋ ਇੱਥੇ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਵੀ ਉਹਨੇ ਤੁਰਤ ਹੁਕਮ ਦਿੱਤੇ ਫੌਜਦਾਰਾਂ ਨੂੰ ਕਿ 12,000 ਫੌਜ ਜਿਹੜੀ ਹੈ ਉਸ ਨੂੰ ਤਿਆਰ ਕੀਤਾ ਜਾਏ। ਚੱਲੇ ਆਗਰੇ ਪੰਥ ਮਜਾਰ। ਤੇ ਦਿੱਲੀ ਤੋਂ ਤੁਰ ਕੇ ਆਗਰੇ ਵਾਲੇ ਪਾਸੇ ਨੂੰ ਇਹ ਜਿਹੜੀ ਫੌਜ ਹੈ ਫੌਜਦਾਰ ਲੈ ਕਰਕੇ ਚੱਲਦੇ ਹਨ। ਨਰਪੁੱਠ ਪੁਨ ਕੀ ਨਸ ਤਕਰਾਈ। ਤੇ ਉੱਥੇ ਬਾਦਸ਼ਾਹ ਔਰੰਗਜ਼ੇਬ ਨੇ ਵੀ ਆਪਣੇ ਸਾਰੇ ਇਲਾਕੇ ਦੇ ਵਿੱਚ ਬਹੁਤ ਤਕੜਾਈ ਕਰ ਦਿੱਤੀ। ਜਿਤਨੇ ਵੀ ਮੁੱਖ ਪ੍ਰਬੰਧਕ ਹਨ ਉਹਨਾਂ ਸਾਰਿਆਂ ਨੂੰ ਹੁਕਮ ਦੇ ਦਿੱਤੇ ਹਨ ਕਿ ਜਿਹੜੇ ਹਿੰਦੂਆਂ ਦੇ ਪੀਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਨ ਗ੍ਰਿਫਤਾਰ ਕਰਕੇ ਦਿੱਲੀ ਲਿਆਇਆ ਜਾਣਾ ਹੈ। ਸੋ ਇੱਥੇ ਵੀ ਜਿਹੜੀ ਤਕੜਾਈ ਹੈ ਫੌਜ ਦੇ ਜਿਹੜੇ ਪਹਿਰੇ ਹਨ ਹੋਰ ਕਰੜੇ ਕਰ ਦਿੱਤੇ ਜਾਣ ਜੀ। ਸਭ ਵਿਦ ਕਰ ਰਾਖੋ ਚੁਕਸਾਈ। ਤੇ ਸਾਰੇ ਫੌਜਦਾਰਾਂ ਨੂੰ ਇਹ ਹੁਕਮ ਹੋਇਆ ਹੈ ਕਿ ਜਿਹੜਾ ਪ੍ਰਬੰਧ ਹੈ ਬੜੀ ਚੌਕਸੀ ਦੇ ਨਾਲ ਕਰਨਾ ਹੈ, ਕਿਤੇ ਕੋਈ ਉਕਾਈ ਨਾ ਹੋਵੇ, ਕੋਈ ਐਸੀ ਘਟਨਾ ਨਾ ਵਾਪਰੇ। ਹਰ ਪਾਸੇ ਆਪਣੀ ਫੌਜ ਨੂੰ ਚੌਕਸੀ ਦੇ ਨਾਲ ਤਾਇਨਾਤ ਕਰ ਦਿੱਤਾ ਜਾਏ। ਅਜਮਤਵੰਤ ਕੇ ਤਕ ਕੈ ਜਗ ਮਹਿ। ਤੇ ਇੱਕ ਖਦਸ਼ਾ ਬਾਦਸ਼ਾਹ ਔਰੰਗਜ਼ੇਬ ਦੇ ਜ਼ਿਹਨ ਅੰਦਰ ਇਹ ਵੀ ਹੈ ਕਿ ਜਿਨ੍ਹਾਂ ਨੂੰ ਗ੍ਰਿਫਤਾਰ ਕਰਨਾ ਹੈ ਅਜ਼ਮਤਵੰਤ ਭਾਵੇਂ ਵੀ ਸੁਣੀਦਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਵੀ ਪਹਿਲੇ ਗੁਰੂਆਂ ਵਾਂਗ ਆਪਣੇ ਆਪ ਦੇ ਅੰਦਰ ਭਾਰੀ ਅਜ਼ਮਤ ਰੱਖਦੇ ਹਨ, ਤੇ ਇਹ ਬਾਦਸ਼ਾਹ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ
ਕਿਉਂਕਿ ਉਸਨੇ ਰਾਮ ਰਾਏ ਤੋਂ ਬਹੁਤ ਕਰਾਮਾਤਾਂ ਵੇਖੀਆਂ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਭਾਵਾਂ ਕਿ ਦਰਸ਼ਨ ਨਹੀਂ ਹੋਇਆ, ਪਰੰਤੂ ਕਰਾਮਾਤ ਉਹਨੂੰ ਜ਼ਰੂਰ ਦਿਸ ਗਈ ਸੀ। ਸੋ ਪਹਿਲੇ ਗੁਰੂ ਸਾਹਿਬਾਨਾਂ ਦੀਆਂ ਜੋ ਬਖਸ਼ਿਸ਼ਾਂ ਹਨ, ਔਰੰਗਜ਼ੇਬ ਨੇ ਉਹ ਸਭ ਵਿਥਿਆਵਾਂ ਆਪਣੇ ਕੰਨੀ ਸੁਣੀਆਂ ਹੋਈਆਂ ਹਨ। ਤੇ ਉਸੇ ਗੱਦੀ ਤੇ ਹੀ ਹੁਣ 9ਵੇਂ ਥਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਿਰਾਜਮਾਨ ਹਨ। ਸੋ ਬਾਦਸ਼ਾਹ ਔਰੰਗਜ਼ੇਬ ਇਹ ਚੰਗੀ ਤਰ੍ਹਾਂ ਜਾਣਦਾ ਹੈ ਵੀ ਉਹ ਆਮ ਮਨੁੱਖ ਨਹੀਂ ਨੇ, ਆਪਣੇ ਅੰਦਰ ਭਾਰੀ ਬਲ ਰੱਖਣ ਵਾਲੇ ਬਹੁਤ ਅਜ਼ਮਤ ਦੇ ਮਾਲਕ ਹਨ। ਛਲ ਬਲ ਕਰ ਛੁਟ ਜਾਹੇ ਨਾ ਮਗ ਮਹਿ। ਤੇ ਇਹ ਵੀ ਉਸ ਦੇ ਜਿਹਨ ਅੰਦਰ ਇੱਕ ਭੈ ਹੈ ਵੀ ਫੌਜ ਜ਼ਰੂਰ ਗ੍ਰਿਫਤਾਰ ਕਰਕੇ ਲਿਆਵੇਗੀ, ਫੌਜਦਾਰ ਜਾਣਗੇ। ਕਿਤੇ ਐਸਾ ਨਾ ਹੋਵੇ ਆਪਣੀ ਭਾਰੀ ਅਜ਼ਮਤ ਨੂੰ ਵਰਤ ਕੇ ਤੇ ਉਹ ਰਾਸਤੇ ਵਿੱਚ ਹੀ ਫੌਜਾਂ ਤੋਂ ਛੁੱਟ ਕੇ ਬਰੀ ਹੋ ਜਾਣ, ਭਾਵ ਕਿਸੇ ਹੋਰ ਪਾਸੇ ਵੱਲ ਨਿਕਲ ਜਾਣ। ਹਾਲਾਂਕਿ ਗੁਰੂ ਤੇਗ ਬਹਾਦਰ ਮਹਾਰਾਜ ਬੜੇ ਸਹਿਜ ਸੁਭਾਅ ਵਿਚਰ ਰਹੇ ਸਨ। ਕੋਈ ਐਸਾ ਫੁਰਨਾ ਲੇਸ਼ ਮਾਤਰ ਵੀ ਮਹਾਰਾਜ ਜੀ ਕੇ ਅੰਦਰ ਨਹੀਂ ਹੈ। ਲੇਕਿਨ ਜਿਹੜੀਆਂ ਕਰਾਮਾਤਾਂ ਉਸ ਨੇ ਬਾਦਸ਼ਾਹ ਔਰੰਗਜ਼ੇਬ ਨੇ ਰਾਮ ਰਾਏ ਤੋਂ ਵੇਖੀਆਂ ਹੋਈਆਂ ਨੇ, ਉਹ ਉਹਦੇ ਅੰਦਰ ਇੱਕ ਭੈ ਪੈਦਾ ਕਰ ਰਹੀਆਂ ਨੇ ਕਿ ਬਾਦਸ਼ਾਹ ਔਰੰਗਜ਼ੇਬ ਜਿਹੜਾ ਹੈ ਰਾਮ ਰਾਏ ਦੇ ਸਾਥ ਰਹਿ ਕਰਕੇ ਬਹੁਤ ਕੁਝ ਵੇਖਦਾ ਸੀ। ਸੋ ਹੁਣ ਉਸ ਨੂੰ ਲੱਗਦਾ ਹੈ ਵੀ ਗੁਰੂ ਤੇਗ ਬਹਾਦਰ ਮਹਾਰਾਜ ਵੀ ਕੋਈ ਐਸੀ ਸ਼ਕਤੀ, ਕੋਈ ਐਸੀ ਕਲਾ ਵਰਤ ਕੇ ਤੇ ਇਤਨੀ ਭਾਰੀ ਫੌਜ ਤੋਂ ਕਿਤੇ ਪਾਸੇ ਨਿਕਲ ਜਾਣ, ਸਾਡੇ ਲਈ ਹੋਰ ਮੁਸ਼ਕਲ ਹੋਵੇਗੀ। ਕਨੇ ਸਿਪਾਹੀ ਜਾਗਤ ਰਖੀਐ। ਤੇ ਹੁਕਮ ਦੇ ਦਿੱਤੇ ਫੌਜਦਾਰਾਂ ਨੂੰ ਵੀ ਸਿਪਾਹੀਆਂ ਨੂੰ ਕਿਉਂ ਸੁਚੇਤ ਹੋ ਕੇ ਤੁਰਨ, ਇਤਨੇ ਸੁਚੇਤ ਹੋ ਕੇ ਤੁਰਨ ਵੀ ਕਿਤੇ ਵੀ ਰਾਸਤੇ ਵਿੱਚ ਅੱਗੇ ਪਿੱਛੇ ਜਾਂ ਇਸ ਥਾਂ ਤੱਕ ਆਉਂਦਿਆਂ ਸਭਾ ਤੱਕ ਪਹੁੰਚਦਿਆਂ ਕੋਈ ਉਕਾਈ ਨਾ ਹੋਵੇ ਜੀ। ਨਿਸਬਾਸੁਰ ਡਿਗ ਦ੍ਰਿਗ ਤੇ ਲਖੀਐ। ਤੇ ਕਿਆ ਫੌਜਦਾਰਾਂ ਨੂੰ ਵੀ ਇਹਨਾਂ ਦੇ ਉੱਪਰ ਪੂਰੀ ਕਸਵੀਂ ਨਜ਼ਰ ਰੱਖਣੀ ਹੈ, ਕਿਤੇ ਵੀ ਕੋਈ ਉਕਾਈ ਨਾ ਹੋਵੇ, ਕਿਤੇ ਵੀ ਕੁਝ ਐਸਾ ਨਾ ਵਾਪਰੇ, ਕਿਤੇ ਐਸਾ ਨਾ ਹੋਵੇ ਵੀ ਹੁਣ ਬਹੁਤ ਸਮੇਂ ਬਾਅਦ ਮਹਾਰਾਜ ਗੁਰੂ ਤੇਗ ਬਹਾਦਰ ਗ੍ਰਿਫਤਾਰ ਹੋਏ ਹਨ ਤੇ ਫਿਰ ਇੱਥੋਂ ਛੁੱਟ ਜਾਣ ਜੀ। ਕੋ ਰਾਜਾ ਰਜਪੂਤ ਨ ਆਵੈ। ਤੇ ਨਾਲ ਇਹ ਵੀ ਕਹਿ ਦਿੱਤਾ ਹੈ ਵੀ ਕੋਈ ਰਾਜਪੂਤ ਰਾਜਾ ਵੀ ਵਿਰੋਧਤਾ ਨਾ ਕਰੇ। ਹੁਣ ਆ ਜਿਹੜਾ ਹੈ ਨਾ, ਇੱਥੋਂ ਥੋੜਾ ਜਿਹਾ ਸਪਸ਼ਟ ਹੋਵੇਗਾ ਵੀ ਭਾਰੀ ਫੌਜ ਔਰੰਗਜ਼ੇਬ ਨੇ ਕਿਉਂ ਤਿਆਰ ਕੀਤੀ ਹੈ। ਕਿਉਂਕਿ ਗ੍ਰਿਫਤਾਰ ਤੇ ਕੇਵਲ ਗੁਰੂ ਤੇਗ ਬਹਾਦਰ ਜਾਂ ਉਹਨਾਂ ਦੇ ਨਾਲ ਜਿਹੜੇ 5 ਸਿੱਖ ਹਨ ਉਹਨਾਂ ਨੂੰ ਕਰਨਾ ਹੈ, ਤੇ ਫੌਜ ਇਕੱਤਰ ਕੀਤੀ ਗਈ ਹੈ ਕੋਈ 12,000 ਦੇ ਕਰੀਬ ਸਿਪਾਹੀ ਤੇ ਫੌਜਦਾਰ। ਕਿਉਂਕਿ ਉਸ ਨੂੰ ਪਤਾ ਹੈ ਵੀ ਜਿਸ ਗੁਰੂ ਨੂੰ ਗ੍ਰਿਫਤਾਰ ਕਰਨ ਚੱਲੇ ਆ ਉਹਨਾਂ ਦੀ ਜਗਤ ਵਿੱਚ ਬਹੁਤ ਡੂੰਘੀ ਸਾਂਝ ਹੈ। ਬਹੁਤ ਸਾਰੇ ਰਾਜਪੂਤ ਰਾਜੇ ਉਹਨਾਂ ਨੂੰ ਬੜੇ ਨੇਕ ਦਿਲ ਜਾਣ ਕਰਕੇ ਤੇ ਬੜੀ ਪੂਜਾ ਕਰਦੇ ਨੇ, ਬੜੇ ਉਹਨਾਂ ਦੇ ਨਜ਼ਦੀਕ ਨੇ। ਕਿਧਰੇ ਐਸਾ ਨਾ ਹੋਵੇ ਕਿ ਕੋਈ ਰਾਜਪੂਤ ਰਾਜਾ ਰਾਸਤੇ ਵਿੱਚ ਵਿਰੋਧਤਾ ਕਰ ਦੇਵੇ ਤੇ ਉੱਥੇ ਹੀ ਜੰਗ ਸ਼ੁਰੂ ਹੋ ਜਾਵੇ। ਨਾਲ ਉਹਨਾਂ ਨੇ ਲਿਖ ਵੀ ਦਿੱਤਾ ਭਾਈ ਸਾਹਿਬ ਜੀਆਂ ਨੇ, ਕੋ ਰਾਜਾ ਰਾਜਪੂਤ ਨਾ ਆਵੇ, ਖਿਆਲ ਰੱਖਿਓ ਕਿਤੇ ਕੋਈ ਰਾਜਪੂਤ ਰਾਜਾ ਇਸ ਗੱਲ ਨੂੰ ਸੁਣ ਕਰਕੇ ਤੇ ਇਹ ਵਿਰੋਧਤਾ ਦੇ ਵਿੱਚ ਕੋਈ ਨਾ ਕੋਈ ਫੌਜ ਅੱਗੋਂ ਉਤਾਰਾ ਕਰ ਦੇਵੇ ਤੇ ਰਾਹ ਦੇ ਵਿੱਚ ਕੋਈ ਜੰਗ ਹੋ ਜਾਵੇ, ਇਹਦਾ ਵੀ ਵਿਸ਼ੇਸ਼ ਧਿਆਨ ਰੱਖਣਾ ਹੈ ਜੀ। ਲਰੈ ਅਚਾਨਕ ਗੁਰੂ ਛੁਟਾਵੇ। ਔਰੰਗਜ਼ੇਬ ਨੇ ਕਹਿ ਦਿੱਤਾ ਸੀ ਆਪਣੇ ਫੌਜਦਾਰਾਂ ਨੂੰ ਵੀ ਹੋ ਸਕਦਾ ਕੋਈ ਰਾਜਪੂਤ ਰਾਜਾ ਰਸਤੇ ਵਿੱਚ ਫੌਜ ਲੈ ਕੇ ਆ ਜਾਵੇ ਤੇ ਸਾਡੇ ਨਾਲ ਜੰਗ ਕਰਕੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਫਿਰ ਬਰੀ ਕਰਾ ਕੇ ਲੈ ਜਾਏ, ਛੁਟਾ ਕੇ ਲੈ ਜਾਏ। ਸੋ ਇਹਦੇ ਲਈ ਇਹ ਜਿਹੜੀ ਫੌਜ ਹੈ ਭਾਰੀ ਦਸਤੇ ਤੈਨਾਤ ਕੀਤੇ ਗਏ ਹਨ। ਤੋ ਹਿੰਦੂ ਕੇਤੀ ਖਗਧਾਰੀ। ਤੇ ਬਹੁਤ ਸਾਰੇ ਹਿੰਦੂ ਐਸੇ ਹਨ ਸੰਸਾਰ ਵਿੱਚ ਜਿਹੜੇ ਸ਼ਸਤਰਧਾਰੀ ਹਨ ਜੀ। ਕਰੈ ਮੁਚਾਵਨ ਮਰੈ ਕੇ ਮਾਰੀ। ਤੇ ਉਹ ਵੀ ਇਸ ਢੰਗ ਦੇ ਨਾਲ ਵਿਚਰਦੇ ਹਨ ਜਿਨ੍ਹਾਂ ਨੇ ਇਹ ਬਾਤ ਕਹੀ ਹੈ ਵੀ ਜੇ ਗੁਰੂ ਤੇਗ ਬਹਾਦਰ ਮਹਾਰਾਜ ਇਸਲਾਮੀ ਹੋਣਗੇ ਤੇ ਅਸੀਂ ਹੋਵਾਂਗੇ। ਛਤਰੀ ਹਿੰਦੂ ਹਨ, ਸ਼ਸਤਰ ਰੱਖਦੇ ਹਨ, ਕਿਤੇ ਐਸਾ ਨਾ ਹੋਵੇ ਵੀ ਉਹ ਵੀ ਇਕੱਤਰ ਹੋ ਕਰਕੇ ਸ਼ਸਤਰ ਚਲਾਉਣੇ ਸ਼ੁਰੂ ਕਰ ਦੇਣ। ਸੋ ਇਹਦੇ ਲਈ ਵੀ ਫੌਜ ਦੀ ਲੋੜ ਹੈ। ਸੋ ਇਹ ਸਾਰੀਆਂ ਬਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਾਦਸ਼ਾਹ ਔਰੰਗਜ਼ੇਬ ਨੇ ਕਿਲੇ ਤੋਂ ਮਹਾਰਾਜਿਆਂ ਨੂੰ ਦਿੱਲੀ ਲਿਜਾਣ ਤੱਕ ਦੇ ਲਈ ਇਤਨੀ ਭਾਰੀ ਫੌਜ ਤੈਨਾਤ ਕੀਤੀ ਹੈ। ਇਨ ਬਾਤਾਂ ਤੇ ਹੋਏ ਸਾਵਧਾਨ। ਭਾਈ ਸਾਹਿਬ ਜੀ ਹੋਰਾਂ ਨੇ ਕਾਰਨ ਸਪਸ਼ਟ ਕਰ ਦਿੱਤਾ ਵੀ 12,000 ਫੌਜ ਕਿਉਂ ਲੈ ਕੇ ਤੁਰੇ ਨੇ। ਇਨ ਬਾਤਾਂ ਤੇ ਹੋਏ ਸਾਵਧਾਨ, ਇਹ ਸਾਰੀਆਂ ਬਾਤਾਂ ਨੂੰ ਜਿਹਨ ਅੰਦਰ ਰੱਖ ਕਰਕੇ ਤੇ ਬਾਦਸ਼ਾਹ ਔਰੰਗਜ਼ੇਬ ਜਿਹੜਾ ਹੈ ਸਾਵਧਾਨ ਹੈ, ਭਾਵ ਪਹਿਲਾਂ ਹੀ ਚੌਕਸ ਹੈ ਜੀ। ਆਨੋ ਸਿੰਘ ਗੁਰੂ ਇਸ ਥਾਨ। ਤੇ ਕਹਿ ਦਿੱਤਾ ਫੌਜਦਾਰਾਂ ਨੂੰ ਕਿ ਜਲਦੀ ਸ਼ੀਘਰ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ
ਉਸ ਅਸਥਾਨ ਤੋਂ ਭਾਵ ਕਿਲੇ ਤੋਂ ਇੱਥੇ ਦਿੱਲੀ ਲਿਆਂਦਾ ਜਾਏ ਜੀ। ਚਿਰੰਗ ਕਾਲ ਕੇ ਖੋਜਤ ਰਹੇ। ਕਿਉਂਕਿ ਬਹੁਤ ਸਮਾਂ ਹੋ ਗਿਆ ਹੈ, ਸਾਡੀ ਫੌਜ ਜਿਹੜੀ ਹੈ ਵੱਖ-ਵੱਖ ਥਾਵਾਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਭਾਲ ਕਰ ਰਹੀ ਸੀ। ਓਚਕ ਭੇ ਪ੍ਰਾਪਤ ਅਬ ਗਹੇ। ਤੇ ਇਹ ਵੀ ਕੋਈ ਖੁਦਾ ਦਾ ਕਰਮ ਹੈ ਕਿ ਅਸੀਂ ਪੰਜਾਬ ਦੇਸ਼ ਵਿੱਚ ਲੱਭ ਰਹੇ ਸਾਂ ਤੇ ਉਹ ਇਧਰ ਸਾਡੇ ਪਾਸ ਦੇ ਇਲਾਕੇ ਵਿੱਚ ਹੀ ਵਿਚਰ ਰਹੇ ਸਨ। ਸਭ ਮੈਂ ਬਜੈ ਦੀਨ ਕੋ ਡੰਕਾ। ਤੇ ਨਾਲ ਹੀ ਪ੍ਰਸੰਨ ਹੋਕਰ ਕੇ ਕਹਿਣ ਲੱਗਾ ਵੀ ਹੁਣ ਸਾਡੇ ਦੀਨ ਦਾ ਜਿਹੜਾ ਡੰਕਾ ਹੈ, ਭਾਵ ਸਾਡਾ ਮਜ਼ਹਬ ਜਿਹੜਾ ਹੈ ਸਾਰੀ ਦੁਨੀਆ ਵਿੱਚ ਮੰਨਿਆ ਜਾਵੇਗਾ। ਜੇ ਹਿੰਦੁਸਤਾਨ ਸਾਰਾ ਦੇਸ਼ ਇਸਲਾਮ ਹੋ ਜਾਂਦਾ ਹੈ ਤੇ ਫਿਰ ਬਾਕੀ ਦੇ ਸੰਸਾਰ ਦੇ ਜਿਹੜੇ ਖਿੱਤੇ ਹਨ ਉਹਨਾਂ ਵਿੱਚ ਤੇ ਇਹ ਬੜਾ ਸੌਖਾ ਕਾਰਜ ਹੈ ਇਸ ਬਾਦਸ਼ਾਹ ਦੇ ਲਈ। ਪ੍ਰਸੰਨ ਹੋ ਕੇ ਕਹਿਣ ਲੱਗਾ ਵੀ ਹੁਣ ਸਾਡੇ ਦੀਨ ਦਾ ਡੰਕਾ ਸਾਰੀ ਦੁਨੀਆ ਵਿੱਚ ਵੱਜੇਗਾ ਜੀ। ਰਾਵ ਰੰਕ ਨਰ ਧਰੈ ਆਤੰਕਾ। ਪਹਿਲਾਂ ਜਿਹੜੇ ਕੁਝ ਮਨੁੱਖ ਇਸ ਗੱਲੋਂ ਵਿਰੋਧਤਾ ਕਰਦੇ ਸਨ, ਕੁਝ ਵੱਡੇ ਤੇ ਕੁਝ ਛੋਟੇ, ਕੁਝ ਰਾਜੇ, ਹਿੰਦੂ ਰਾਜੇ ਕਹਿ ਲਈਏ ਜਾਂ ਕੋਈ ਆਮ ਮਨੁੱਖ ਜਿਵੇਂ ਦਿਜਵਰ ਆਏ, ਜਿਹੜੇ ਇਸ ਗੱਲੋਂ ਵਿਰੋਧਤਾ ਕਰਦੇ ਸਨ, ਹੁਣ ਸਭ ਨੂੰ ਇਸ ਗੱਲ ਦਾ ਇਲਮ ਹੋ ਜਾਏਗਾ ਕਿ ਜਿਹੜਾ ਬਾਦਸ਼ਾਹ ਹੈ ਇਹਨੇ ਇਸ ਦੇਸ਼ ਵਿੱਚ ਕੇਵਲ ਇਸਲਾਮ ਧਰਮ ਹੀ ਪ੍ਰਵਾਨ ਕਰਨਾ ਹੈ। ਜਦੋਂ ਸਾਰਿਆਂ ਦੇ ਅੰਦਰ ਸਾਡਾ ਇਹ ਰਾਜ ਹੋਇਆ ਤੇ ਸਾਰਿਆਂ ਦੇ ਉੱਪਰ ਹਕੂਮਤ ਚੱਲੀ ਤੇ ਫਿਰ ਸਾਰੇ ਹੀ ਇਸ ਮਜ਼ਹਬ ਅੰਦਰ, ਇਸ ਦੀਨ ਅੰਦਰ ਆਉਣਗੇ ਜੀ। ਸਿੱਧ ਮਨੋਰਥ ਅਬ ਹੋਏ ਮੋਰਾ। ਤੇ ਮੁਸਕਰਾ ਕਰਕੇ ਨਾਲ ਦੇ ਸੰਗੀਆਂ ਨੂੰ ਕਹਿਣ ਲੱਗਾ, ਜਿਹੜੇ ਇਹਦੀ ਸਭਾ ਅੰਦਰ ਬੈਠਦੇ ਨੇ, ਵੀ ਹੁਣ ਸਾਡਾ ਜਿਹੜਾ ਮਨੋਰਥ ਸੀ, ਜਿਸ ਕਾਰਜ ਨੂੰ ਲੈ ਕਰਕੇ ਬੜੇ ਲੰਬੇ ਸਮੇਂ ਤੋਂ ਇਹ ਯਤਨ ਕਰ ਰਹੇ ਸਾਂ ਕਿ ਸਾਰਾ ਰਾਜ ਇਸਲਾਮੀ ਹੋਵੇ ਤੇ ਇੱਥੇ ਵਸਣ ਵਾਲਾ ਹਰ ਮਨੁੱਖ ਦੀਨ-ਏ ਇਸਲਾਮ ਦੇ ਨਾਲ ਜਿਹੜਾ ਸੰਬੰਧ ਹੈ ਰੱਖਦਾ ਹੋਵੇ, ਕੋਈ ਅਨ ਧਰਮ ਵਾਲਾ ਇੱਥੇ ਰਹੇ ਹੀ ਨਾ। ਸੋ ਇਹ ਜਿਹੜਾ ਸਾਡਾ ਮਨੋਰਥ ਹੈ ਇਹ ਸਫਲ ਹੋਏਗਾ ਜੀ। ਟੂਟੈ ਸਭ ਹਿੰਦੁਨ ਕੇ ਜੋਰਾ। ਤੇ ਜਿੱਥੇ ਜਿੱਥੇ ਵੀ ਹਿੰਦੂ ਜਮਾਤ ਹੈ, ਉਹ ਭਾਵੇਂ ਬ੍ਰਾਹਮਣੀ ਸਮਾਜ ਹੈ ਜਾਂ ਛਤਰੀ ਸਮਾਜ ਹੈ ਜਾਂ ਹੋਰ ਵਰਨ ਹਨ, ਜਿੱਥੇ ਜਿੱਥੇ ਵੀ ਬਹੁਤਾਤ ਹੈ, ਕਿਉਂਕਿ ਉਹਨਾਂ ਦੇ ਨਾਲ ਇੱਦਾਂ ਲੜਨਾ ਬੜਾ ਕਠਿਨ ਸੀ, ਸੋ ਉਹਨਾਂ ਦਾ ਜਿਹੜਾ ਜ਼ੋਰ ਹੈ ਉਹ ਹੁਣ ਟੁੱਟ ਜਾਏਗਾ। ਕਿਉਂਕਿ ਹੁਣ ਉਹਨਾਂ ਦੇ ਜਿਹੜੇ ਆਗੂ ਹਨ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੇ ਕਿਹਾ ਹੈ ਵੀ ਅਸੀਂ ਆਪਣਾ ਧਰਮ ਤਬਦੀਲ ਕਰਾਂਗੇ ਤੇ ਤੁਸੀਂ ਸਭ ਕਰ ਲੈਣਾ, ਹੁਣ ਇਹਨਾਂ ਦਾ ਧਰਮ ਤਬਦੀਲ ਕਰਵਾ ਕੇ ਤੇ ਉਹਨਾਂ ਸਾਰਿਆਂ ਦੇ ਜ਼ੋਰ ਨੂੰ ਇੱਕਦਮ ਹੀ ਆਪਾਂ ਨੇ ਖਤਮ ਕਰ ਦੇਣਾ ਹੈ ਜੀ। ਸਾਰਾ ਬਿਖੈ ਗੁਰ ਜਬ ਹੂੰ ਆਏ। ਤੇ ਬੜੇ ਸਹਿਜ ਸੁਭਾਵਕ ਸੋਚ ਰਿਹਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਤੇ ਸ਼ਰਾ ਵਿੱਚ ਲੈ ਹੀ ਆਵਾਂਗੇ। ਹੁਣ ਜਿੰਨਾ ਸੁਖਾਲਾ ਇਹ ਸੋਚ ਰਿਹਾ ਨਾ ਗੁਰਮੁਖੋ, ਓਨਾ ਸੌਖਾ ਇਹ ਕਾਰਜ ਹੈ ਨਹੀਂ। ਜਿਵੇਂ ਜਿਵੇਂ ਆਪਾਂ ਇਤਿਹਾਸ ਦੀ ਗਹਿਰਾਈ ਵਿੱਚ ਅੱਗੇ ਜਾਵਾਂਗੇ ਨਾ ਤੇ ਸਭ ਗੱਲਾਂ ਸਪਸ਼ਟ ਹੁੰਦੀਆਂ ਜਾਣਗੀਆਂ। ਇਹ ਸੋਚ ਰਿਹਾ ਵੀ ਹੁਣ ਇੱਕ ਹੀ ਮਨੁੱਖ ਹੈ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੂੰ ਸ਼ਰਾ ਵਿੱਚ ਲਿਆਉਣਾ ਤੇ ਕੋਈ ਮੁਸ਼ਕਲ ਗੱਲ ਹੈ ਹੀ ਨਹੀਂ। ਸ਼ਰਾ ਵਿੱਚ ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਆ ਜਾਣਗੇ, ਸਮੁੱਚੇ ਦੇਸ਼ ਵਿੱਚ ਡੰਕਾ ਫੇਰ ਦੇਵਾਂਗੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪਣਾ ਜਿਹੜਾ ਧਰਮ ਹੈ ਤਬਦੀਲ ਕਰ ਲਿਆ ਹੈ। ਦਿਦ ਆਦਿਕ ਆਪੇ ਬਣ ਜਾਏ। ਤੇ ਬਾਕੀ ਦੇ ਜਿਤਨੇ ਵੀ ਦਿਜਵਰ ਹਨ, ਬ੍ਰਾਹਮਣ ਜਾਤੀ ਜਾਂ ਹੋਰ ਜਿਹੜੇ ਵੀ ਹਿੰਦੂ ਸਮਾਜ ਦੇ ਮਨੁੱਖ ਹਨ, ਉਹ ਸਾਰੇ ਦੇ ਸਾਰੇ ਫਿਰ ਆਪ ਹੀ ਇਸਲਾਮੀ ਹੋਣਗੇ ਜੀ। ਪ੍ਰਥਮ ਪ੍ਰਸੰਗ ਪਿਤਾ ਇਨ ਭਇਓ। ਪ੍ਰਥਮ ਪ੍ਰਸੰਗ, ਇਸ ਤੋਂ ਪਹਿਲਾਂ ਪਿਤਾ ਇਨ ਭਇਓ ਜ਼ਿਕਰ ਕਰ ਰਹੇ ਨੇ ਥੋੜਾ ਭਾਈ ਸਾਹਿਬ ਕਿ ਬਾਦਸ਼ਾਹ ਔਰੰਗਜ਼ੇਬ ਇਹ ਵੀ ਸੋਚ ਰਿਹਾ ਸੀ ਕਿ ਇਸ ਤੋਂ ਪਹਿਲਾਂ ਵੀ ਨਾ ਇਹ ਜਿਹੜਾ ਸਮਾਜ ਜੁੜਿਆ ਹੈ ਇਹ ਗੁਰੂ ਤੇਗ ਬਹਾਦਰ ਜਾਂ ਗੁਰੂ ਨਾਨਕ ਸਾਹਿਬ ਜੀਆਂ ਦੇ ਘਰ ਨਾਲ ਜੁੜਿਆ ਹੋਇਆ ਹੈ। ਕਿਉਂ ਜੁੜਿਆ? ਇਹਦੇ ਕੁਝ ਕਾਰਨ ਨੇ ਗੁਰਮੁਖੋ। ਕੀ ਕਾਰਨ ਨੇ? ਇੱਥੇ ਥੋੜਾ ਜਿਹਾ ਜ਼ਿਕਰ ਭਾਈ ਸਾਹਿਬ ਜੀ ਹੋਰਾਂ ਨੇ ਕੀਤਾ ਹੈ ਕਿ ਪ੍ਰਥਮ ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਿਤਾ ਗੁਰੂ ਬਣੇ ਸਨ, ਇਹ ਉਸ ਵੇਲੇ ਦੀ ਵਾਰਤਾ ਹੈ ਜਿਸ ਵਕਤ ਛੀਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਬੈਠਦੇ ਹਨ। ਮੋਰ ਪਿਤਾਮੋ ਤਨ ਕੀਓ। ਉਸ ਵਕਤ ਵੀ ਸਾਡੇ ਪਿਤਾਮਾ ਬਾਦਸ਼ਾਹ ਜਹਾਂਗੀਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇੱਥੇ ਲਿਆਂਦਾ ਸੀ। ਜਿਵੇਂ ਆਪਾਂ ਨੂੰ ਪਤਾ ਹੀ ਹੈ ਲਗਭਗ ਵੀ ਗਵਾਲੀਅਰ ਦੀ ਕੈਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਰੱਖਿਆ ਗਿਆ। ਸੋ ਉਸ ਵਕਤ ਵੀ ਕੁਝ ਐਸਾ ਹੋਇਆ ਸੀ ਜਿਸ ਕਰਕੇ ਇਹ ਜਿਹੜਾ ਹਿੰਦੂ ਸਮਾਜ ਹੈ, ਛਤਰੀ ਹਿੰਦੂ ਸਮਾਜ, ਜਿਵੇਂ ਪਹਾੜੀ ਰਾਜਿਆਂ ਦੇ ਜ਼ਿਕਰ ਆਉਂਦੇ ਨੇ, ਜਾਂ ਦਿਜਬਰ ਸਮਾਜ, ਸਨਾਤਨੀ ਸਮਾਜ, ਇਹ ਉਸ ਸਮੇਂ ਤੋਂ ਹੀ ਬਹੁਤਾਤ ਵਿੱਚ ਇਸ ਘਰ ਨਾਲ ਜੁੜਿਆ, ਵੱਡੀ ਸ਼ਰਧਾ ਲੱਗੀ ਹੋਈ ਹੈ ਤੇ ਇਹਨਾਂ ਨੂੰ ਗੁਰੂ ਮੰਨਦੇ ਹਨ। ਭਾਵੇਂ ਠੀਕ ਹੈ ਮਹਾਰਾਜ ਜੀ ਕੀ ਜਿਹੜੀ ਸੁਮੱਤ ਹੈ ਸਿੱਖੀ ਧਰਮ ਨੂੰ ਇਹਨਾਂ ਨੇ ਧਾਰਨ ਨਹੀਂ ਕੀਤਾ, ਕੁਝ ਇੱਥੇ ਵਿਰੋਧਤਾ ਕੀਤੀ, ਸਿਧਾਂਤ ਤੇ ਪੂਰਨ ਤੌਰ ਤੇ ਪਹਿਰਾ ਨਹੀਂ ਦਿੱਤਾ, ਪਰੰਤੂ ਇਉਂ ਕਹਿ ਲਈਏ ਵੀ ਆਪਣੇ ਧਰਮ ਨੂੰ ਬਚਾਉਣ ਦੇ ਲਈ ਬਹੁਤ ਵੱਡਾ ਭਰੋਸਾ ਗੁਰੂ ਨਾਨਕ ਸਾਹਿਬ ਜੀਆਂ ਦੇ ਘਰ ਤੇ ਇਹਨਾਂ ਦਾ ਉਹਨਾਂ ਵੇਲਿਆਂ ਤੋਂ ਹੈ ਜਿਸ ਵਕਤ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੀ ਕੈਦ ਵਿੱਚ ਪੈਂਦੇ ਹਨ।
ਸੋ ਉਸ ਵੇਲੇ ਤੋਂ ਹੀ ਬਾਦਸ਼ਾਹ ਔਰੰਗਜ਼ੇਬ ਸੋਚ ਰਿਹਾ ਵੀ ਇਹ ਬਹੁਤ ਵੱਡਾ ਸਮਾਜ ਹੈ ਜਿਹੜਾ ਇਹਨਾਂ ਦੀ ਅਗਵਾਈ ਵਿੱਚ ਹੈ। ਜਿਵੇਂ ਇਹ ਗੁਰੂ ਨਾਨਕ ਦੇ ਘਰੋਂ ਜੋ ਵੀ ਗੁਰੂ ਸਾਹਿਬਾਨ ਮੌਜੂਦਾ ਗੁਰਤਾ ਗੱਦੀ ਤੇ ਹੁੰਦੇ ਹਨ, ਜੋ ਆਵਾਜ਼ ਆਉਂਦੀ ਹੈ ਉਹਨੂੰ ਇਹ ਸਭ ਮੰਨਦੇ ਹਨ। ਸੋ ਕਿਵੇਂ ਹੈ ਉਹਦਾ ਥੋੜਾ ਜਿਹਾ ਜ਼ਿਕਰ ਭਾਈ ਸਾਹਿਬ ਜੀ ਹੋਰਾਂ ਨੇ ਕੀਤਾ ਹੈ ਜੀ। ਤਬ ਰਾਜੇ ਰਾਜਪੂਤ 52, ਕੋਈ 52 ਰਾਜੇ ਰਾਜਪੂਤ ਰਾਜੇ ਸਨ, ਹਿੰਦੂ ਰਾਜੇ ਸਨ। ਆਪਾਂ ਨੂੰ ਸਭ ਨੂੰ ਇਹ ਸਾਖੀ ਪਤਾ, ਪਿੱਛੇ ਪੜ੍ਹੀ ਵੀ ਹੈ ਇਤਿਹਾਸ ਵਿੱਚ। ਸੋ 52 ਰਾਜੇ ਸਨ ਜਿਹੜੇ ਉਸ ਵਕਤ ਕੈਦ ਕਰਕੇ ਗਵਾਲੀਅਰ ਦੇ ਕਿਲੇ ਦੀ ਕੈਦ ਅੰਦਰ, ਜੇਲ੍ਹ ਅੰਦਰ ਪਾਏ ਹੋਏ ਸਨ। ਕਰੇ ਛੁਟਾਵਨ ਤਿਨ ਪੈ ਪੰਜਾ, ਤੇ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਕੈਦ ਚੋਂ ਛੁਡਾ ਕਰਕੇ, ਬਰੀ ਕਰਵਾ ਕਰਕੇ ਵਾਪਸ ਲਗਾਏ ਸਨ ਜੀ। ਸੋ ਸਿਮਰੈ ਜੇ ਗੁਰ ਉਪਕਾਰਾ, ਤੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਰਿਹਾ ਕਰਵਾਇਆ ਸੀ, ਉਹ ਸਾਰੇ ਹੀ ਮਹਾਰਾਜ ਜੀ ਦਾ ਉਪਕਾਰ ਮੰਨਦੇ ਹਨ, ਤਰਸ ਮੰਨਦੇ ਹਨ, ਇਸੇ ਕਰਕੇ ਜੁੜੇ ਹੋਏ ਹਨ। ਇਸੇ ਕਰਕੇ ਮਹਾਰਾਜ ਜੀ ਕੇ ਘਰ ਦੀ ਅਜ਼ਮਤ ਤੋਂ ਜਾਣੂ ਹਨ, ਕਿਉਂਕਿ ਕੇਵਲ ਗੁਰੂ ਹੀ ਹੈ ਜਿਹੜਾ ਸਾਨੂੰ ਰਿਹਾ ਕਰਵਾ ਸਕਦਾ ਸੀ। ਵਰਨਾ ਜੇ ਉੱਦਾਂ ਆਪਾਂ ਬਾਤ ਕਰੀਏ ਤੇ ਇਹਨਾਂ 52 ਰਾਜਿਆਂ ਨੂੰ ਕਿਹਨੇ ਗਵਾਲੀਅਰ ਦੀ ਕੈਦ ਚੋਂ ਕਢਾਉਣਾ ਸੀ, ਇਹਨਾਂ ਦਾ ਮਰਨ ਉੱਥੇ ਹੀ ਹੋਣਾ ਸੀ। ਸੋ ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤਰਸ ਕੀਤਾ, ਆਪ ਉਸ ਕਿਲੇ ਦੀ ਕੈਦ ਵਿੱਚ ਗਏ ਤੇ ਵਾਪਸ ਆਉਂਦਿਆਂ 52 ਨੂੰ ਛੁਡਾ ਕਰਕੇ ਇੱਧਰ ਬਰੀ ਕੀਤਾ, ਆਪਣੇ ਆਪਣੇ ਰਾਜਾਂ ਵਿੱਚ ਭੇਜਿਆ। ਉਸ ਸਮਿਆਂ ਤੋਂ ਹੀ ਇਹ ਜਿਹੜਾ ਹਿੰਦੂ ਛਤਰੀ ਸਮਾਜ ਹੈ, ਇਹ ਗੁਰੂ ਤੇਗ ਬਹਾਦਰ ਮਹਾਰਾਜ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੰਨਦਾ ਆਉਂਦਾ ਹੈ। ਉਸ ਸਮੇਂ ਤੋਂ ਹੀ ਪਤਾ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਨੇ ਗੁਰੂ ਤੇਗ ਬਹਾਦਰ ਮਹਾਰਾਜ। ਸੋ ਸਾਰੇ ਦੇ ਸਾਰੇ ਗੁਰੂ ਕੀ ਅਜ਼ਮਤ ਤੋਂ ਪ੍ਰਭਾਵਿਤ ਹੋ ਕੇ ਮਹਾਰਾਜ ਜੀ ਕੇ ਚਰਨਾਂ ਨਾਲ ਜੁੜੇ ਹੋਏ ਹਨ। ਤੇ ਅੰਤਰਾਤਮੇ ਤੋਂ ਸਾਰੇ ਇਹ ਗੱਲ ਪ੍ਰਵਾਨ ਕਰਦੇ ਨੇ, ਹਿੰਦੂ ਛਤਰੀ ਸਮਾਜ ਦੇ ਮਨੁੱਖ, ਵੀ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦਾ ਘਰ ਹੀ ਹੈ ਜੋ ਸਹਾਰਾ ਦੇ ਸਕਦਾ ਹੈ। ਅੱਜ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਧਰਮ ਤਬਦੀਲ ਹੋਵੇਗਾ ਤੇ ਇਹ ਸਾਰੇ ਦੇ ਸਾਰੇ ਆਪਣੇ ਆਪ ਹੀ ਆਪਣਾ ਧਰਮ ਬਦਲ ਲੈਣਗੇ, ਕਿਉਂਕਿ ਇਹ ਗੁਰੂ ਦੇ ਕਹੇ ਅਨੁਸਾਰ ਚੱਲਦੇ ਹਨ। ਸੋ ਇੱਕ ਇਹ ਵੀ ਕਾਰਨ ਹੈ ਜੀ। ਕਰੈ ਬਿਟੋਰਨ ਲਸਕਰ ਪਾਰਾ, ਕਰੈ ਬਿਟੋਰਨ, ਤੇ ਇਹ ਵੀ ਇੱਕ ਖਤਰਾ ਵੀ ਹੈ ਬਾਦਸ਼ਾਹ ਦੇ ਅੰਦਰ, ਕਿਉਂਕਿ ਜਿੱਥੇ ਇਹ ਹਿੰਦੂ ਛਤਰੀ ਸਮਾਜ ਬਾਦਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਕੀ ਅਗਵਾਈ ਵਿੱਚ ਸੀ, ਉੱਥੇ ਹਕੂਮਤ ਦੇ ਮਨ ਅੰਦਰ ਇਹ ਭੈ ਵੀ ਹੈ ਵੀ ਜੇ ਕਿਧਰੇ ਸਾਰੇ ਇਕੱਤਰ ਹੋ ਕਰਕੇ ਤੇ ਸਾਡੇ ਰਾਜ ਦੇ ਵਿਰੁੱਧ ਮੋਰਚਾ ਖੋਲ ਦੇਣ ਜਾਂ ਜੰਗ ਲਾ ਦੇਣ, ਸਾਡੇ ਲਈ ਉਹ ਵੀ ਮੁਸ਼ਕਿਲ ਹੈ ਜੀ। ਆਨ ਲਰੈ ਨ ਲੇਹ ਛੁਟਾਏ, ਤੇ ਜਿਹੜੀ 12,000 ਫੌਜ ਇਕੱਤਰ ਕੀਤੀ ਹੈ ਨਾ, ਉਹਦਾ ਇੱਕ ਕਾਰਨ ਇਹ ਵੀ ਹੈ ਵੀ ਕਿਤੇ ਐਸਾ ਨਾ ਹੋਵੇ ਸਾਰੇ ਇਕੱਤਰ ਹੋ ਕਰਕੇ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਸੁਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਛਡਾਉਣ ਦੇ ਲਈ ਇੱਥੇ ਆ ਕੇ ਹਮਲੇ ਕਰਦੇ ਨੇ। ਸੋ ਉਹਨਾਂ ਨੂੰ ਆਪਣੇ ਆਪ ਦੇ ਅੰਦਰ ਮੁਗਲਿਆ ਹਕੂਮਤ ਨੂੰ ਇਹ ਇੱਕ ਬਹੁਤ ਵੱਡਾ ਭੈ ਹੈ ਉਸ ਸਮੇਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੋ ਕਿ ਗ੍ਰਿਫਤਾਰ ਕੀਤੇ ਗਏ ਹਨ, ਕਿਤੇ ਇਹ ਸਾਡੇ ਇਹ ਸਮਾਜ ਦੇ ਅੰਦਰ ਰਾਜ ਵਿੱਚ ਕੋਈ ਵਿਰੋਧਤਾ ਨਾ ਹੋਵੇ ਜੀ। ਜਾਂ ਤੇ ਜਾਏ ਸੈਨ ਸਮੁਦਾਏ, ਇਸੇ ਕਰਕੇ ਹੀ ਇਹ ਜਿਹੜੀ ਫੌਜ ਹੈ, ਜਿਹੜੀ ਸੈਨਾ ਇਕੱਤਰ ਕੀਤੀ ਹੈ, ਸਭ ਨੂੰ ਬਾਦਸ਼ਾਹ ਔਰੰਗਜ਼ੇਬ ਆਗਰੇ ਤੱਕ ਸਾਥ ਭੇਜ ਰਿਹਾ ਹੈ ਜੀ। ਆਪਰ ਤਿਆਰ ਦਿੱਲੀ ਬਨ ਰਹਿ, ਤੇ ਬਾਕੀ ਜਿਹੜੀ ਫੌਜ ਹੈ ਉਸ ਨੂੰ ਦਿੱਲੀ ਵਿੱਚ ਤਿਆਰ ਕਰ ਦਿੱਤਾ ਗਿਆ ਵੀ ਕਿਸੇ ਵਕਤ ਵੀ ਕੁਝ ਹੋ ਸਕਦਾ ਹੈ, ਚੌਕਸੀ ਰੱਖਣੀ ਹੈ, ਕੋਈ ਹਮਲਾ ਹੋ ਸਕਦਾ ਹੈ, ਕੋਈ ਛਤਰੀ ਹਿੰਦੂ ਸਮਾਜ ਦੇ ਮਨੁੱਖ ਜਾਂ ਪਹਾੜੀ ਰਾਜੇ ਜਿਨ੍ਹਾਂ ਨੂੰ ਮਹਾਰਾਜੀਆਂ ਨੇ ਰਿਹਾ ਕਰਵਾਇਆ ਸੀ ਜਾਂ ਜਿਨ੍ਹਾਂ ਦਾ ਪਿਆਰ ਗੁਰੂ ਚਰਨਾਂ ਨਾਲ ਜੁੜਿਆ ਹੋਇਆ, ਕਿਸੇ ਪਾਸੋਂ ਵੀ ਕੋਈ ਵਿਰੋਧਤਾ ਕਰਕੇ ਇੱਥੇ ਹਮਲਾ ਕਰ ਸਕਦਾ। ਇਸ ਲਈ ਇਹ ਸਾਰੇ ਫੌਜੀ ਇੰਤਜ਼ਾਮ ਜਿਹੜੇ ਹਨ ਉਹ ਬਾਦਸ਼ਾਹ ਔਰੰਗਜ਼ੇਬ ਨੇ ਪਹਿਲੇ ਆਪਣੀ ਸਭਾ ਵਿੱਚ ਬੈਠ ਕੇ ਸੋਚ ਕੇ ਵਿਚਾਰ ਕੇ ਕਰ ਲਏ ਸਨ। ਚੜੈ ਤੁਰਤ ਜੋ ਸੁਧ ਅਸਲ ਹੈ, ਚੜੈ ਤੁਰਤ ਭਾਵ ਐਸਾ ਨਾ ਹੋਵੇ ਵੀ ਕਿਤੇ ਤੁਰਤ ਫੌਜ ਚੜ ਕੇ ਆ ਜਾਵੇ ਤੇ ਸਾਡੇ ਕੋਲ ਕੋਈ ਇੰਤਜ਼ਾਮ ਨਾ ਹੋਵੇ, ਉਹਦੇ ਵਿੱਚ ਫਿਰ ਮੁਸ਼ਕਲ ਹੁੰਦੀ ਹੈ। ਸੋ ਇਸ ਕਰਕੇ ਬਾਦਸ਼ਾਹ ਔਰੰਗਜ਼ੇਬ ਨੇ ਇਹ ਸਭ ਕੁਝ ਕੀਤਾ ਹੈ ਜੀ। ਇਤਿਆਦਿਕ ਗਿਣਤੀ ਕਰ ਬ੍ਰਿੰਦ, ਇਤਿਆਦਿਕ ਇਸ ਵਿਦਨਾ ਬਾਦਸ਼ਾਹ ਔਰੰਗਜ਼ੇਬ ਨੇ ਬਹੁਤ ਕੁਝ ਵਿਚਾਰ ਲਿਆ, ਬਹੁਤ ਕੁਝ ਸੋਚਿਆ। ਮਹਾਰਾਜੀਆਂ ਨੂੰ ਗ੍ਰਿਫਤਾਰ ਤੇ ਕਰ ਰਿਹਾ, ਲੇਕਿਨ ਅੰਤਰਾਤਮੇ ਤੋਂ ਬੜੇ ਭੈ ਵਿੱਚ ਹੈ। ਇਹਦੇ ਮਨ ਅੰਦਰ ਹੈ ਵੀ ਕਿਤੇ ਇੱਥੋਂ ਦਾ ਕੋਈ ਰਾਜਪੂਤ ਰਾਜਾ ਹਮਲਾ ਨਾ ਕਰ ਦੇਵੇ, ਕੋਈ ਪਹਾੜੀ ਰਾਜਾ ਹਿੰਦੂ ਛਤਰੀ ਸਮਾਜ ਦੇ ਜਿਹੜੇ ਰਾਜੇ ਹਨ ਉਹ ਨਾ ਚੜ੍ਹ ਆਉਣ, ਜਾਂ ਗੁਰੂ ਤੇਗ ਬਹਾਦਰ ਮਹਾਰਾਜ ਆਪ ਵੀ ਬੜੀ ਭਾਰੀ ਅਜ਼ਮਤ ਦੇ ਮਾਲਕ ਹਨ, ਕਿਤੇ ਉਹੀ ਕੋਈ ਕਲਾ ਨਾ ਵਰਤਾ ਦੇਣ। ਇਸ ਕਰਕੇ ਗ੍ਰਿਫਤਾਰੀ ਦੇ ਹੁਕਮ ਤੇ ਦੇ ਦਿੱਤੇ ਹਨ, ਲੇਕਿਨ
ਅੰਤਰਾਤਮੇ ਤੋਂ ਬਹੁਤ ਸਹਿਮਿਆ ਹੋਇਆ ਹੈ, ਡਰਿਆ ਹੋਇਆ ਹੈ ਜੀ। ਸਾਵਧਾਨਤਾ ਰਚੀ ਬਿਲੰਦ। ਇਸ ਵਿਦ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ, ਬੜੇ ਸਾਵਧਾਨ ਹੋ ਕਰਕੇ, ਬੜੇ ਤਰੀਕੇ ਦੀਆਂ ਤਿਆਰੀਆਂ, ਬੜੇ ਹੁਕਮ ਦੇ ਕਰਕੇ, ਫੌਜਦਾਰਾਂ ਨੂੰ ਬੜਾ ਸੁਚੇਤ ਕਰਕੇ ਇਸ ਨੇ ਇਹ ਜਿਹੜਾ ਕਾਰਜ ਹੈ ਇਹ ਕਰਨਾ ਪ੍ਰਾਰੰਭ ਕੀਤਾ ਸੀ। ਲਸਕਰ ਚੜ ਦਿੱਲੀ ਤੇ ਗਇਓ। ਫਿਰ ਇਸ ਵਿਦ ਫੌਜਦਾਰਾਂ ਦੀ ਅਗਵਾਈ ਵਿੱਚ ਇੱਕ ਭਾਰੀ ਲਸ਼ਕਰ ਹੈ ਜਿਹੜਾ ਦਿੱਲੀ ਤੋਂ ਆਗਰੇ ਵਾਲੇ ਪਾਸੇ ਉਸ ਕਿਲੇ ਵੱਲ ਨੂੰ ਤੁਰਿਆ, ਜਿਸ ਸਥਾਨ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਿਰਾਜਮਾਨ ਹਨ। ਚਲੈ ਅਧਿਕ ਹੀ ਸ਼ਰਮ ਬਹੁ ਕੀਓ। ਤੇ ਸਾਰੀ ਪੈਦਲ ਫੌਜ ਚੱਲ ਰਹੀ ਹੈ, ਰਾਸਤੇ ਦੇ ਵਿੱਚ ਬੜੀ ਮੁਸ਼ਕਲ ਵੀ ਹੈ, ਲੇਕਿਨ ਫਿਰ ਵੀ ਬਹੁਤ ਜਲਦੀ ਅੰਦਰ ਚੱਲ ਰਹੇ ਸਨ। ਮਗ ਉਲੰਘ ਸਗਰੋ ਜਬ ਗਏ। ਫਿਰ ਸਹਿਜੇ ਸਹਿਜੇ ਉਹ ਸਾਰਾ ਰਸਤਾ ਲੰਘ ਕਰਕੇ ਜਿਸ ਵਕਤ ਪਹੁੰਚਦੇ ਹਨ ਜੀ, ਨਗਰ ਆਗਰੇ ਪ੍ਰਾਪਤ ਭਏ। ਆਗਰੇ ਨਗਰ ਦੇ ਵਿੱਚ ਇਹ ਜਿਹੜੀ ਫੌਜ ਹੈ ਤੇ ਜਿਹੜੇ ਮੁੱਖ ਫੌਜਦਾਰ ਜਿਨ੍ਹਾਂ ਦੀ ਡਿਊਟੀ ਬਾਦਸ਼ਾਹ ਔਰੰਗਜ਼ੇਬ ਨੇ ਲਾਈ ਹੈ ਲੈ ਕਰਕੇ ਆਉਣ ਦੀ, ਉਹ ਇੱਥੋਂ ਤੱਕ ਪਹੁੰਚ ਗਏ ਹਨ। ਸੁਨਤ ਦੁਰਗਪਤ ਅਰ ਕੁਤਵਾਲ। ਤੇ ਜਿਸ ਵਕਤ ਅੱਗੋਂ ਜਿਹੜਾ ਕਿਲੇਦਾਰ ਹੈ ਤੇ ਜਿਹੜਾ ਕੁਤਵਾਲ ਜਿਨ੍ਹਾਂ ਨੇ ਸੁਨੇਹਾ ਇਹ ਚਿੱਠੀ ਲਿਖੀ ਸੀ, ਉਹ ਜਿਸ ਵਕਤ ਸੁਣਦਾ ਹੈ ਤੇ ਸੁਣ ਕਰਕੇ ਫੇਰ ਜੀ ਮਿਲ ਪੇ ਹਿਤ ਨਿਕਸੇ ਤਤਕਾਲ। ਤੇ ਉਹ ਵੀ ਫਿਰ ਅੱਗੋਂ ਆਪਣੇ ਕਿਲੇ ਦੇ ਅੰਦਰੋਂ ਅੱਗੋਂ ਅਗਵਾਈ ਦੇ ਵਿੱਚ ਲੈਣ ਦੇ ਲਈ ਆ ਗਏ ਹਨ। ਇਹਨਾਂ ਫੌਜਦਾਰਾਂ ਨੂੰ ਸੰਗ ਲੈਣ ਦੇ ਲਈ ਆਪਣਾ ਕਿਲਾ ਤਿਆਗ ਕਰਕੇ, ਜਿਵੇਂ ਕਿਸੇ ਮਨੁੱਖ ਨੂੰ ਸਤਿਕਾਰ ਵਜੋਂ ਲੈਣ ਜਾਈਦਾ ਹੈ ਨਾ ਅੱਗੋਂ, ਇੱਦਾਂ ਹੀ ਕਿਲੇਦਾਰ ਤੇ ਕੋਤਵਾਲ ਜਿਹੜਾ ਹੈ ਉਹ ਵੀ ਇਸ ਫੌਜ ਦੇ ਪਾਸ ਆਣ ਮਿਲੇ ਹਨ। ਭਾਂਤ ਭਾਂਤ ਕੀ ਦੇਹ ਉਪਹਾਰ। ਤੇ ਬਹੁਤ ਸਾਰੇ ਭਾਰੀ ਉਪਹਾਰ ਜਿਹੜੇ ਹਨ ਉਹ ਕਿਲੇਦਾਰ ਤੇ ਕੋਤਵਾਲ ਲੈ ਕਰਕੇ ਪਹੁੰਚੇ ਸਨ ਬਾਦਸ਼ਾਹ ਦੀਆਂ ਫੌਜਾਂ ਨੂੰ, ਫੌਜਦਾਰਾਂ ਨੂੰ ਦੇਣ ਹਿੱਤਾ। ਮਿਲੇ ਸਲਾਮ ਕਾ ਲੇਖ ਉਚਾਰ। ਮਿਲ ਕਰਕੇ ਜਿਵੇਂ ਇਸਲਾਮ ਦੀ ਆਪਸੀ ਜਦੋਂ ਵਾਰਤਾਲਾਪ ਹੁੰਦੀ ਹੈ, ਉਹ ਕਹਿੰਦੇ ਨੇ ਸਲਾਮੇ ਕੋ, ਉਹ ਜਿਹੜਾ ਉਹਨਾਂ ਦਾ ਆਪਸੀ ਡਾਇਲੋਗ ਹੈ ਵਾਲੇਕੁਮ ਸਲਾਮ, ਇੱਦਾਂ ਕਰਕੇ ਉਹ ਜਿਹੜਾ ਸ਼ਬਦ ਹੈ ਆਪਸ ਵਿੱਚ ਸਾਂਝਾ ਕਰ ਰਹੇ ਹਨ। ਖਾਨ ਪਾਨ ਤਿਨ ਦਾਨੇ ਕੇਰੀ। ਫਿਰ ਜਿਸ ਵਕਤ ਨਜ਼ਦੀਕ ਪਹੁੰਚਦੇ ਹਨ, ਡੇਰਾ ਕੀਤਾ ਜਾਂਦਾ, ਫੌਜਾਂ ਰੁਕਦੀਆਂ ਹਨ ਵਿਸ਼ਰਾਮ ਦੇ ਲਈ ਤੇ ਖਾਣ ਪਾਣ ਦੇ ਲਈ ਸਾਰੇ ਇੰਤਜ਼ਾਮ ਜਿਹੜੇ ਇੱਥੇ ਆਗਰੇ ਕਿਲੇਦਾਰ ਨੇ ਕੀਤੇ ਹੋਏ ਹਨ। ਲਸਕਰ ਕੀ ਸੁਧ ਲੀਨ ਕਨੇਰੀ। ਸਾਰੇ ਫੌਜੀ ਲਸ਼ਕਰ ਸਿਪਾਹੀਆਂ ਦੀ ਖਾਸ ਕਰਕੇ ਸਭ ਸੁੱਧ ਲਈ ਗਈ, ਭਾਵ ਕੋਈ ਦਾਣਾ ਪੱਠਾ ਘੋੜੇ ਦੇ ਲਈ ਤੇ ਫੌਜੀ ਦੇ ਲਈ ਜੋ ਵੀ ਅੰਨ ਪ੍ਰਸ਼ਾਦਾ ਹੈ ਉਹ ਇੰਤਜ਼ਾਮ ਬੜੇ ਸੁਚੱਜੇ ਢੰਗ ਨਾਲ ਕਿਲੇਦਾਰ ਕਰਦਾ ਹੈ ਜੀ। ਸਭ ਮਿਲ ਗੁਰੂ ਪਾਸ ਚਲੇ ਆਏ। ਫਿਰ ਇਸ ਵਿਦਨਾ ਹੁਣ ਜਿਹੜੇ ਮੁਖੀ ਹਨ, ਕਿਉਂਕਿ ਫੌਜਾਂ ਤੇ ਇੱਥੇ ਰੋਕ ਦਿੱਤੀਆਂ ਗਈਆਂ, ਇਸ ਤੋਂ ਅੱਗੇ ਤੇ ਫੌਜਾਂ ਸਿਪਾਹੀਆਂ ਦੇ ਕੰਮ ਵੀ ਕੋਈ ਨਹੀਂ ਨੇ, ਉਹਨਾਂ ਨੇ ਤਾਂ ਕੇਵਲ ਇੱਕ ਸਿਕਿਉਰਿਟੀ ਦੇ ਤੌਰ ਤੇ ਵਰਤਣਾ ਹੈ। ਹੁਣ ਜਿਹੜੇ ਮੁਖੀ ਅਹਿਲਕਾਰ ਆਏ ਹਨ, ਜਿਨ੍ਹਾਂ ਨੂੰ ਖਾਸ ਕਰਕੇ ਬਾਦਸ਼ਾਹ ਔਰੰਗਜ਼ੇਬ ਨੇ ਨਿਯੁਕਤ ਕਰਕੇ ਇੱਥੋਂ ਤੱਕ ਭੇਜਿਆ ਸੀ, ਕੁਝ ਫੌਜਦਾਰ ਸਨ, ਕੁਝ ਉਹਦੇ ਕਾਜੀ ਮੌਲਾਣੇ ਸਨ, ਤੇ ਨਾਲ ਜਿਹੜਾ ਕਿਲੇਦਾਰ ਤੇ ਕੋਤਵਾਲ, ਇਹ ਸਾਰੇ ਫਿਰ ਮਿਲਦੇ ਹਨ ਤੇ ਮਿਲ ਕਰਕੇ ਉਸ ਸਥਾਨ ਤੇ ਜਾਂਦੇ ਹਨ ਕਿਲੇ ਦੇ ਅੰਦਰ, ਜਿਸ ਸਥਾਨ ਤੇ ਗਰੀਬ ਨਿਵਾਸ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਿਰਾਜਮਾਨ ਹਨ। ਨਿਕਟ ਬੈਠ ਕਰ ਭੇਵ ਬਤਾਏ। ਫਿਰ ਮਹਾਰਾਜ ਜੀ ਕੇ ਪਾਸ ਬੈਠੇ ਤੇ ਬੈਠ ਕਰਕੇ ਜੋ ਭੇਦ ਹਨ, ਜੋ ਬਾਤਾਂ ਹਨ, ਉਹ ਆਪਸ ਵਿੱਚ ਕੁਝ ਸਾਂਝੀਆਂ ਕਰਨ ਲੱਗੇ ਹਨ। ਹਜਰਤ ਅਦਕ ਤਲਾਸੀ ਠਾਨੈ। ਹਜ਼ਰਤ ਅਦਕ ਤਲਾਸ਼ੀ ਠਾਨੈ, ਮਹਾਰਾਜ ਜੀ ਕੇ ਭੇਦ ਲੈ ਰਹੇ ਹਨ ਵੀ ਕਿਤੇ ਕੋਈ ਹੋਰ ਤਾਂ ਨਹੀਂ ਪਲਾਨ। ਜਿਵੇਂ ਐਸਾ ਵੀ ਹੁੰਦਾ ਹੈ ਵੀ ਇੱਧਰ ਗੁਰੂ ਤੇਗ ਬਹਾਦਰ ਮਹਾਰਾਜ ਗ੍ਰਿਫਤਾਰੀ ਦੇਣ, ਆਪ ਦਿੱਲੀ ਜਾਣ ਤੇ ਮਗਰੋਂ ਭਾਰੀ ਫੌਜ ਜਿਹੜਾ ਹਮਲਾ ਕਰ ਦੇਵੇ, ਉੱਥੇ ਜੰਗ ਲੜਨੀ ਵੀ ਮੁਸ਼ਕਲ ਹੈ, ਕਿਉਂਕਿ ਭਾਰੀ ਆਬਾਦੀ ਦੇ ਵਿੱਚ ਬੜੀ ਮੁਸ਼ਕਲ ਹੋ ਜਾਏਗੀ। ਸੋ ਬੈਠ ਕਰਕੇ ਬਾਤਾਂ ਦੇ ਰਾਹੀਂ ਇਹ ਸਾਰੇ ਗੁਪਤ ਭੇਦ ਜਿਹੜੇ ਆਮ ਫੌਜਦਾਰਾਂ ਦੇ ਹੁੰਦੇ ਹਨ, ਜਿਵੇਂ ਪਤਾ ਕੀਤੇ ਜਾਂਦੇ ਹਨ, ਮਹਾਰਾਜ ਜੀ ਕੇ ਪਾਸ ਬੈਠ ਕਰਕੇ ਸਾਰੀਆਂ ਬਾਤਾਂ ਆਪਸ ਵਿੱਚ ਵਿਚਾਰ ਕੇ ਤੇ ਮਹਾਰਾਜ ਜੀ ਕੇ ਭੇਦ ਬੁੱਝਣ ਦਾ ਯਤਨ ਕਰਦੇ ਹਨ। ਬਹੁ ਦਿਨ ਤੇ ਬਹੁ ਨਗਰ ਬਖਾਨੈ। ਬਹੁਤ ਦਿਨ ਤੇ, ਕਿਉਂਕਿ ਬਹੁਤ ਸਮੇਂ ਤੋਂ ਬਹੁਤ ਨਗਰਾਂ ਦੇ ਅੰਦਰ ਇਹ ਬਾਤ ਚੱਲ ਰਹੀ ਸੀ, ਸੋ ਉਹ ਸਭ ਜਾਣਨਾ ਚਾਹੁੰਦੇ ਹਨ ਵੀ ਕਿਤੇ ਇਸ ਤੋਂ ਅੱਗੇ, ਹਾਲਾਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤਾਂ ਐਸਾ ਕੋਈ ਮਨ ਹੈ ਹੀ ਨਹੀਂ। ਮਹਾਰਾਜ ਤੇ ਸ਼ਾਂਤ ਚਿੱਤ ਆਪ ਗ੍ਰਿਫਤਾਰੀ ਦੇਣ ਦਿੱਲੀ ਵੱਲ ਤੁਰੇ ਸਨ, ਲੇਕਿਨ ਹਕੂਮਤ ਨੂੰ ਤੇ ਭੈ ਹੈ ਵੀ ਕਿਤੇ ਐਸਾ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਵੱਧ ਕੇ ਕੋਈ ਸਮੱਸਿਆ ਛਿੜ ਜਾਏ। ਸੋ ਗੁਪਤ ਭੇਦ ਜਿਹੜੇ ਹੁੰਦੇ ਨੇ ਫੌਜਾਂ, ਉਹ ਜਾਣਨ ਦਾ ਯਤਨ ਕਰ ਰਹੀਆਂ ਹਨ। ਦੇਸ ਵਿਦੇਸਨ ਮੈਂ ਬੋ ਫਿਰੇ। ਕਿਉਂਕਿ ਭੈ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਾ ਉਹਨਾਂ ਨੂੰ
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਜੀਵਨ ਵਿੱਚ ਦੇਸ਼ਾਂ ਵਿਦੇਸ਼ਾਂ ਤੱਕ ਯਾਤਰਾਵਾਂ ਕੀਤੀਆਂ ਹਨ। ਤੇ ਪਿੱਛੇ ਆਪਾਂ ਪੜ੍ਹਿਆ ਵੀ ਸੀ, ਪੂਰਬ ਦੇਸ਼ ਦੇ ਵਿੱਚ ਜਿਸ ਵਕਤ ਗਏ ਹਿੰਦੂ ਰਾਜਾ ਰਾਮ ਰਾਏ, ਜਿਨ੍ਹਾਂ ਨੇ ਮਹਾਰਾਜ ਜੀ ਕੇ ਸੰਗ ਢਾਕੇ ਬਿਹਾਰ ਆਦਿਕ ਬਹੁਤ ਦੂਰ ਦੂਰ ਤੱਕ ਫੌਜਾਂ ਲੈ ਕੇ ਵਿਚਰੇ ਤੇ ਬੰਗਾਲ ਦੇਸ਼ ਦੀ ਮੁਹਿੰਮ ਵੀ ਫਤਿਹ ਕੀਤੀ। ਸੋ ਇਸ ਵਿਧ ਇੱਕ ਭੈ ਹੈ ਹਕੂਮਤ ਦੇ ਅੰਦਰ, ਜਿਸ ਨੂੰ ਨਿਵਰਤ ਕਰਨ ਦੇ ਲਈ ਜਿਹੜੇ ਹਕੂਮਤ ਦੇ ਮੁੱਖ ਨੁਮਾਇੰਦੇ ਹਨ ਮਹਾਰਾਜ ਜੀ ਕੇ ਪਾਸ ਬੈਠ ਕਰਕੇ ਗੱਲੀ ਬਾਤੀ ਉਹ ਸਭ ਕੁਝ ਜਾਣਨ ਦਾ ਯਤਨ ਕਰਦੇ ਹਨ। ਨਹਿ ਪ੍ਰਾਪਤ ਪੈ ਨਹਿ ਕਿਤ ਥਿਰੇ, ਨਾ ਹੀ ਤੇ ਸਤਿਗੁਰੂ ਕਿਤੇ ਗ੍ਰਿਫਤਾਰ ਹੋਏ ਤੇ ਨਾ ਹੀ ਕਿਤੇ ਕੋਈ ਖਬਰ ਮਿਲੀ ਹੈ ਜੀ। ਸਭ ਜਹਾਨ ਕੋ ਮਾਲਕ ਆਜ, ਸਮੁੱਚੀ ਕਾਇਨਾਤ ਦਾ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਜੀ। ਭਇਓ ਅਦਿਕ ਤੇ ਅਦਿਕ ਸਮਾਜ, ਜਿਨ੍ਹਾਂ ਦਾ ਨਾਮ ਨਾ ਇਤਨਾ ਉੱਚਾ ਹੈ ਵੀ ਕੁੱਲ ਦੁਨੀਆ ਹੀ ਉਹਨਾਂ ਦੇ ਨਾਮ ਨੂੰ ਜਾਣਦੀ ਹੈ, ਸਮੁੱਚੀ ਲੋਕਾਈ ਉਹਨਾਂ ਨੂੰ ਜਾਣਦੀ ਹੈ, ਸਮੁੱਚੀ ਲੋਕਾਈ ਮਹਾਰਾਜ ਜੀ ਕੋ ਨਮਸਕਾਰ ਕਰਦੀ ਹੈ। ਤੇ ਇਹ ਵੀ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਜੇਕਰ ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਵਾਰ ਲੋਕਾਈ ਨੂੰ ਹੋਕਾ ਦੇ ਦਿੰਦੇ ਵੀ ਇਸ ਹਕੂਮਤ ਦਾ ਨਾਸ਼ ਕਰਨਾ, ਤੇ ਸਮੁੱਚੀ ਲੋਕਾਈ ਨੇ ਸ਼ਸਤਰਬੱਧ ਹੋ ਕਰਕੇ ਤਖਤਾ ਵੀ ਪਲਟ ਦੇਣਾ ਸੀ। ਇਹ ਕੋਈ ਅਸੰਭਵ ਬਾਤ ਨਹੀਂ ਸੀ ਗੁਰਮੁਖੋ, ਉਹ ਤੇ ਮਹਾਰਾਜ ਜੀ ਕੀ ਹੀ ਕੋਈ ਕਿਰਪਾ ਹੈ। ਸਹਿਜ ਵਿੱਚ ਵਿਚਰ ਕੇ ਇਸ ਹਕੂਮਤ ਦਾ ਮੁਕਾਬਲਾ ਕਰਦੇ ਰਹੇ, ਵਰਨਾ ਜਿਸ ਗੁਰੂ ਦੇ ਪੁੱਤਰ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੇ ਐਸੇ ਖੰਡੇ ਖੜਕਾਏ ਵੀ ਇਸ ਹਕੂਮਤ ਦੇ ਤਖਤੇ ਪਲਟ ਦਿੱਤੇ ਸਨ। ਤੇ ਗੁਰੂ ਤੇਗ ਬਹਾਦਰ ਮਹਾਰਾਜ, ਫੌਜਾਂ ਉਹਨਾਂ ਪਾਸ ਵੀ ਨੇ, ਉਹ ਆਪ ਵੀ ਕਰਤਾਰਪੁਰ ਦੀ ਜੰਗ ਲੜੇ ਹੋਏ ਨੇ, ਉਹਨਾਂ ਕੋਲ ਜੰਗੀ ਭੇਦ ਵੀ ਹਨ। ਫੌਜ ਕਿਵੇਂ ਇਕੱਤਰ ਕੀਤੀ ਜਾਂਦੀ ਉਹ ਸਭ ਕੁਝ ਉਹਨਾਂ ਨੇ ਅੱਖੀ ਵੇਖਿਆ, ਸ਼ਸਤਰਬੱਧ ਕਿਵੇਂ ਕੀਤੀ ਜਾਂਦੀ ਪਿਤਾ ਨੇ ਸਭ ਕੁਝ ਸਿਖਾਇਆ, ਫਿਰ ਜੰਗ ਕਿਵੇਂ ਲੜੀ ਜਾਂਦੀ ਹੈ ਤੇ ਉਹਦੇ 'ਚ ਫਤਿਹ ਕਿਵੇਂ ਹੁੰਦੀ ਹੈ, ਸਾਰੇ ਭੇਦ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਤੇ ਜੇ ਕਿਧਰੇ ਮਨ ਹੋ ਜਾਂਦਾ ਨਾ ਮਹਾਰਾਜ ਜੀ ਕਾ ਵੀ ਇਸ ਹਕੂਮਤ ਨੂੰ ਹੁਣ ਹੀ ਖਤਮ ਕਰਨਾ, ਤੇ ਅਸੀਂ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਾ ਇੱਕ ਹੋਕਾ ਸਮੁੱਚੀ ਦੁਨੀਆ ਦੇ ਫੌਜਦਾਰਾਂ ਨੂੰ ਇਕੱਠੇ ਕਰਕੇ ਤੇ ਇਸ ਹਕੂਮਤ ਦੀਆਂ ਜੜ੍ਹਾਂ ਪੁੱਟ ਸਕਦਾ ਸੀ। ਇੰਨੀ ਬਖਸ਼ਿਸ਼ ਹੈ ਮਹਾਰਾਜ ਜੀ ਕੇ ਅੰਦਰ। ਇੱਕ ਵਾਰ ਮਹਾਰਾਜ ਕਹਿ ਦਿੰਦੇ ਤੇ ਫੌਜਾਂ ਉਦੋਂ ਹੀ ਇਕੱਤਰ ਹੋ ਜਾਣੀਆਂ ਸਨ, ਸਿਪਾਹੀ ਸ਼ਸਤਰਬੱਧ ਉਦੋਂ ਹੀ ਹੋ ਜਾਣੇ ਸਨ, ਕਿਉਂਕਿ ਇਹ ਸਭ ਕੁਝ ਪਹਿਲੇ ਮੀਰੀ ਪੀਰੀ ਦੇ ਸਿਧਾਂਤ ਵੇਲੇ ਹੋ ਚੁੱਕਾ ਹੈ। ਲੇਕਿਨ ਮਨ ਸ਼ਾਂਤਮਈ ਟਿਕ ਕਰਕੇ ਸਹਿਜ ਵਿੱਚ ਇੱਕ ਬਲਿਦਾਨ ਕੁਰਬਾਨੀ ਦਾ ਹੈ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਤੇ ਬਹੁਤ ਅਜ਼ਮਤ ਦੇ ਮਾਲਕ ਹਨ ਜੀ। ਕਯੋ ਨ ਬਨੋ ਤਿਸ ਕੇ ਅਨਸਾਰੀ, ਤੇ ਇਹ ਜਿਹੜੇ ਫੌਜਦਾਰ ਤੇ ਹੋਰ ਮੁੱਖ ਨੁਮਾਇੰਦੇ ਆਏ ਹਨ ਔਰੰਗਜ਼ੇਬ ਦੀ ਸਭਾ ਦੇ, ਇਹ ਆ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਕਹਿਣ ਲੱਗੇ ਵੀ ਤੁਸੀਂ ਵਿਰੋਧਤਾ ਕਿਉਂ ਕਰਦੇ ਹੋ, ਬਾਦਸ਼ਾਹ ਦੇ ਅਨੁਸਾਰੀ ਕਿਉਂ ਨਹੀਂ ਬਣਦੇ ਜੀ। ਸੁਧਰ ਜਾਏ ਸਭ ਬਾਤ ਤਿਹਾਰੀ, ਹੁਣ ਜਿਹੜਾ ਵਿਗਾੜ ਪਿਆ ਹੈ ਬਾਦਸ਼ਾਹ ਦੇ ਵਿਰੋਧ ਵਿੱਚ ਤੁਸੀਂ ਖੜੇ ਹੋ ਵੀ ਤੁਸੀਂ ਦੀਨ ਇਸਲਾਮ ਕਬੂਲ ਨਹੀਂ ਕਰਨਾ, ਤੇ ਉਹ ਗ੍ਰਿਫਤਾਰ ਕਰ ਰਿਹਾ ਹੈ। ਜੇਕਰ ਤੁਸੀਂ ਅਨੁਸਾਰੀ ਹੋ ਜਾਵੋ, ਉਹਨਾਂ ਦੀ ਬਾਤ ਮੰਨ ਲਵੋ, ਤੇ ਕੋਈ ਵਿਗਾੜ ਹੀ ਨਹੀਂ, ਇਹ ਗੱਲ ਇੱਥੇ ਹੀ ਖਤਮ ਹੋ ਸਕਦੀ ਹੈ। ਤੇ ਐਸਾ ਹੁੰਦਾ ਵੀ ਹੈ ਗੁਰਮੁਖੋ, ਜਦੋਂ ਹਕੂਮਤ ਨਾਲ ਕਿਸੇ ਦੀ ਵਿਰੋਧਤਾ ਹੋਵੇ, ਜਾਂ ਤੇ ਉਹਨੂੰ ਲੜਨਾ ਪੈਂਦਾ ਹੈ, ਤੇ ਜਾਂ ਫਿਰ ਕੀ ਹੁੰਦਾ ਵੀ ਮਨੁੱਖ ਚੁੱਪ ਕਰਕੇ ਉਸ ਧੜੇ ਵਿੱਚ ਜਾ ਕੇ ਸਰੋਪਾ ਪਵਾ ਲੈਂਦਾ ਵੀ ਠੀਕ ਹੈ ਜੀ ਮੈਂ ਵੀ ਤੁਹਾਡੇ ਨਾਲ ਸ਼ਾਮਲ ਹੋ ਗਿਆ। ਅਜੋਕੇ ਸਮੇਂ ਦੀ ਰਾਜਨੀਤੀ ਵਿੱਚ ਸਭ ਸਾਨੂੰ ਮਾਲੂਮ ਹੋ ਜਾਂਦਾ, ਦਿਸ ਪੈਂਦਾ। ਸੋ ਕਹਿਣ ਲੱਗੇ ਵੀ ਇਹ ਜੰਗ ਤੇ ਇੱਥੇ ਹੀ ਮੁੱਕ ਜਾਏਗੀ, ਵਿਰੋਧਤਾ ਕਰਨ ਦੀ ਲੋੜ ਹੀ ਨਹੀਂ, ਸਭ ਕੁਝ ਅਸੀਂ ਇੱਥੇ ਹੀ ਖਤਮ ਕਰ ਦੇਵਾਂਗੇ, ਤੁਸੀਂ ਅਨੁਸਾਰੀ ਹੋ ਜਾਓ ਜੀ। ਸੁਣ ਸਤਿਗੁਰ ਪ੍ਰਸੰਨ ਮੁਖ ਕਯੋ, ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਸੰਨ ਹੋਏ ਤੇ ਆਪਣੇ ਮੁਖ ਤੋਂ ਇਉਂ ਵਚਨ ਕਰਦੇ ਹਨ, ਕੋ ਬਿਗਾਰ ਹਮਰੋ ਪਿਖ ਗਇਓ। ਤੇ ਕਹਿਣ ਲੱਗੇ ਮਹਾਰਾਜ ਮੁਸਕਰਾ ਕਰਕੇ ਪ੍ਰਸੰਨ ਹੋ ਕਰਕੇ ਕਹਿਣ ਲੱਗੇ, ਭੈ ਕੋਈ ਨਹੀਂ ਹੈ ਗੁਰਮੁਖੋ, ਨਿਰਭੈ ਮੂਰਤ ਗੁਰੂ ਤੇਗ ਬਹਾਦਰ ਮਹਾਰਾਜ ਬੈਠੇ ਹਨ। ਮਹਾਰਾਜ ਕਹਿਣ ਲੱਗੇ ਪ੍ਰਥਮ ਤੇ ਤੁਸੀਂ ਕਹਿ ਰਹੇ ਹੋ ਨਾ ਤੁਹਾਡਾ ਬਾਦਸ਼ਾਹ ਚੰਗਾ ਹੈ, ਅਸੀਂ ਉਹਦੇ ਅਨੁਸਾਰੀ ਹੋਈਏ। ਪਹਿਲੇ ਤੇ ਸਾਨੂੰ ਇਹ ਦੱਸੋ ਵੀ ਸਾਡਾ ਜੁਰਮ ਕੀ ਹੈ ਜਿਹੜਾ ਉਹਨੇ ਸਾਨੂੰ ਗ੍ਰਿਫਤਾਰ ਕੀਤਾ ਹੈ। ਕੋ ਬਿਗਾਰ ਹਮਰੋ ਪਿਖ ਗਇਓ, ਪਹਿਲੇ ਸਿੱਧ ਕਰਕੇ ਦੱਸੋ। ਪਹਿਲਾਂ ਰਾਜਾ ਆਪਣੇ ਕਾਨੂੰਨ ਮੁਤਾਬਕ ਵਿਚਾਰ ਕੇ ਦੱਸੇ ਵੀ ਕਿਹੜੇ ਕਾਨੂੰਨ ਦੀ ਕਿਤਾਬ ਵਿੱਚ ਹੈ ਵੀ ਬਿਨਾਂ ਕਿਸੇ ਜੁਰਮ ਤੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਏ। ਹੈ ਕੋਈ ਐਸਾ ਕੋਈ ਕਾਰਨ ਦੱਸ ਸਕਦਾ? ਤੇ ਐਸਾ ਅੱਜ ਦੀ ਹਕੂਮਤ ਅੱਗੇ ਵੀ ਇਹ ਸਵਾਲ ਕੀਤੇ ਜਾਂਦੇ ਨੇ ਬੜੀ ਵਾਰ, ਕਿਉਂਕਿ ਜਦੋਂ ਕਿਤੇ ਹਕੂਮਤਾਂ ਧੱਕੇ ਕਰਦੀਆਂ ਨੇ ਨਾ, ਫਿਰ ਜਿਹੜੇ ਯੋਧੇ ਹੁੰਦੇ ਨੇ ਉਹ ਬੋਲਦੇ ਨੇ ਅੱਗੋਂ, ਕਹਿੰਦੇ ਨੇ ਦੱਸੋ ਜੇ ਕੋਈ ਸਾਡਾ ਜੁਰਮ ਹੈ ਤੇ ਅਸੀਂ ਉੱਥੇ ਗ੍ਰਿਫਤਾਰੀ ਦੇਣ ਲਈ ਆਪ ਤਿਆਰ ਆ। ਜੇ ਜੁਰਮ ਹੀ ਨਹੀਂ ਤੇ ਫਿਰ ਹਕੂਮਤ ਨੂੰ ਕੀ ਹੱਕ ਹੈ ਵੀ ਉਹ ਬਿਨਾਂ ਮਤਲਬ ਤੋਂ ਹੀ ਕਿਸੇ ਨੂੰ ਗ੍ਰਿਫਤਾਰ ਕਰਕੇ ਤੇ ਸਜ਼ਾ ਦੇ ਦੇਵੇ? ਇਹ ਹੋ ਨਹੀਂ ਸਕਦਾ। ਤੇ ਜੇਕਰ ਕੋਈ ਰਾਜਾ ਇਦਾਂ ਕਰਦਾ ਹੈ ਫਿਰ ਇਹਦਾ ਮਤਲਬ ਵੀ ਉਹ ਰਾਜਾ ਆਪਣੇ ਦੀਨ ਤੇ ਪੂਰਾ ਨਹੀਂ ਉਤਰਦਾ, ਉਹ ਰਾਜਾ ਆਪਣੇ ਰਾਜ ਵਿੱਚ ਖਰਾ ਨਹੀਂ ਹੈ,
ਉਹ ਰਾਜਾ ਆਪਣੀ ਹਕੂਮਤ ਨੂੰ ਬਚਾਉਣ ਦੇ ਲਈ ਸਭ ਕੁਝ ਕਰ ਰਿਹਾ, ਉਹ ਰਾਜਾ ਧਰਮ ਦੇ ਵਿੱਚ ਪੱਕਾ ਨਹੀਂ ਮੰਨਿਆ ਜਾ ਸਕਦਾ। ਸੋ ਮਹਾਰਾਜ ਕਹਿਣ ਲੱਗੇ ਵੀ ਜਿਹੜੇ ਰਾਜੇ ਦੀ ਤੁਸੀਂ ਗੱਲ ਕਰਦੇ ਹੋ, ਪਹਿਲੇ ਤੇ ਦੱਸੋ ਵੀ ਉਹਦੇ ਕਾਨੂੰਨ ਵਿੱਚ ਐਸਾ ਕਿਹੜਾ ਕਾਰਜ ਹੈ ਬਿਨਾਂ ਕਿਸੇ ਦੋਸ਼ ਤੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੀ। ਇੱਕ ਖੁਦਾਏ ਕੋ ਸਗਲ ਜਹਾਨ। ਫਿਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਬਾਦਸ਼ਾਹ ਔਰੰਗਜ਼ੇਬ ਸਾਰੇ ਰਾਜ ਦਾ ਮਾਲਕ ਹੈ, ਇੱਥੇ ਅਸੀਂ ਮੰਨਦੇ ਹਾਂ ਵੀ ਸਾਡਾ ਇੱਕ ਖੁਦਾ, ਇੱਕ ਅੱਲਾ ਜਾਂ ਇੱਕ ਵਾਹਿਗੁਰੂ ਸਾਰੇ ਜਹਾਨ ਕੁੱਲ ਦੁਨੀਆ ਦਾ ਮਾਲਕ ਹੈ ਜੀ। ਸਿਰਜੈ ਭੁਖੈ ਹਰੈ ਨਿਧਾਨ। ਜਿਹੜਾ ਕਿ ਸਿਰਜਣਾ ਕਰਦਾ ਹੈ, ਭੁਖੈ ਦਾ ਮਤਲਬ ਪੋਸ਼ਣ ਪ੍ਰਤਪਾਲਣਾ ਕਰਦਾ ਹੈ, ਤੇ ਹਰੈ ਭਾਵ ਖਤਮ ਕਰਦਾ ਹੈ, ਜਿਹਦੇ ਤੋਂ ਉਤਪਤੀ ਹੁੰਦੀ ਹੈ, ਜਿਹਦੇ ਤੋਂ ਜੀਵ ਦਾ ਪਾਲਣ ਹੁੰਦਾ ਹੈ, ਤੇ ਜਿਹਦੇ ਤੋਂ ਜੀਵ ਦਾ ਸੰਘਾਰ ਹੁੰਦਾ ਹੈ। ਸਾਡੇ ਰਾਜ ਦਾ ਮਾਲਕ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਨਾ ਕਿ ਇਹ ਬਾਦਸ਼ਾਹ ਔਰੰਗਜ਼ੇਬ ਝੂਠਾ ਮਾਲਕ ਹੈ। ਸੋ ਅਸੀਂ ਤੇ ਉਸ ਨੂੰ ਆਪਣਾ ਰਾਜਾ ਮੰਨਦੇ ਹਾਂ। ਰੰਕ ਰਾਵ ਸਭ ਜਗ ਮੈਂ ਰਹੀ। ਰੰਕ ਰਾਵ ਭਾਵ ਛੋਟਾ ਤੇ ਵੱਡਾ ਮਨੁੱਖ ਉਹਦੀ ਹਕੂਮਤ ਵਿੱਚ ਇੱਥੇ ਰਹਿ ਸਕਦਾ ਹੈ, ਕਿਸੇ ਨੂੰ ਕੋਈ ਮਨਾਹੀ ਨਹੀਂ ਹੈ। ਦੰਡ ਹੈ ਸਾਉ ਕੋਟ ਕਿਸ ਲਹੀ। ਤੇ ਏਦਾਂ ਨਾ ਤੇ ਉਹ ਦੰਡ ਦਿੰਦਾ ਹੈ ਤੇ ਨਾ ਹੀ ਕੋਈ ਮਨੁੱਖ ਭੋਗਦਾ ਹੈ। ਤੇ ਸੰਸਾਰਿਕ ਰਾਜੇ ਹੀ ਨੇ ਗੁਰਮੁਖੋ, ਜਿਹੜੇ ਆਪਣੀ ਹਕੂਮਤ ਬਣਾਉਣ ਦੇ ਲਈ, ਆਪਣੇ ਰਾਜ ਬਚਾਉਣ ਦੇ ਲਈ ਬਿਨਾਂ ਮਤਲਬ ਤੋਂ ਕਿਸੇ ਨੂੰ ਵੀ ਦੰਡ ਦੇ ਦਿੰਦੇ ਨੇ। ਕਿਸੇ ਰਾਜੇ ਨੂੰ ਵੀ ਗ੍ਰਿਫਤਾਰ ਕਰ ਲੈਂਦੇ ਨੇ ਤੇ ਆਮ ਮਨੁੱਖ ਨੂੰ ਵੀ ਕਤਲ ਕਰ ਦਿੰਦੇ ਨੇ। ਤੇ ਖਾਸ ਕਰ ਬਾਦਸ਼ਾਹ ਔਰੰਗਜ਼ੇਬ ਦੇ ਜੀਵਨ 'ਚ ਤੇ ਐਸੀਆਂ ਘਟਨਾਵਾਂ ਹੀ ਬਹੁਤ ਨੇ। ਇਹਦਾ ਤੇ ਜਦੋਂ ਕਿਤੇ ਇਤਿਹਾਸ ਪੜ੍ਹਨਾ ਸ਼ੁਰੂ ਕਰੀਏ, ਪਹਿਲੇ ਦਿਨ ਤੋਂ ਹੀ ਇਸ ਨੇ ਇਹ ਸਭ ਕੁਝ ਕੀਤਾ ਹੈ। ਨਾ ਤੇ ਇਹਨੇ ਆਪਣਾ ਕੋਈ ਸੰਬੰਧੀ ਛੱਡਿਆ, ਨਾ ਇਸ ਨੇ ਆਪਣੇ ਭਰਾਵਾਂ ਨੂੰ ਛੱਡਿਆ, ਨਾ ਇਸ ਨੇ ਕੋਈ ਆਪਣੇ ਇਲਾਕੇ 'ਚ ਪੀਰ ਫਕੀਰ ਸਰਮਦ ਵਰਗਿਆਂ ਨੂੰ ਵੀ ਕਤਲ ਕਰ ਦਿੱਤਾ। ਤੇ ਅੱਜ ਜੇ ਸਮਾਂ ਬਣਿਆ ਤੇ ਆਪਣੀ ਤਲਵਾਰ ਨੰਗੀ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਿਰ ਤੇ ਵੀ ਰੱਖੀ ਬੈਠਾ ਹੈ। ਵੀ ਜੇ ਗੱਲ ਤੇ ਅਖੀਰ ਇੱਥੇ ਹੀ ਆ ਕੇ ਮੁੱਕਣੀ ਹੈ ਨਾ, ਵੀ ਜੇ ਦੀਨ ਇਸਲਾਮ ਕਬੂਲ ਕਰੋਗੇ ਤਾਂ ਠੀਕ ਹੈ, ਨਹੀਂ ਤੇ ਫਿਰ ਤੁਹਾਨੂੰ ਕਤਲ ਕੀਤਾ ਜਾਏਗਾ। ਇਹ ਗ੍ਰਿਫਤਾਰੀ ਇੱਥੋਂ ਮੰਨ ਲਓ ਇਸ ਕਾਰਜ ਦੀ ਪ੍ਰਾਰੰਭਤਾ ਹੋ ਰਹੀ ਹੈ। ਸੋ ਇਸ ਵੇਲੇ ਇਹ ਜਿਹੜੇ ਅਹਿਲਕਾਰ ਆਏ ਹਨ ਨਾ, ਇਹ ਮਹਾਰਾਜ ਜੀ ਕੇ ਪਾਸ ਬੈਠ ਕਰਕੇ ਇੱਦਾਂ ਸਹਿਜ ਮਤੇ ਸਾਰੀਆਂ ਵਿਚਾਰਾਂ ਕਰ ਰਹੇ ਸਨ। ਅੱਗੋਂ ਮਹਾਰਾਜ ਜੀ ਨੇ ਵੀ ਕੁਝ ਜਵਾਬ, ਕੁਝ ਸਵਾਲ ਇਹਨਾਂ ਨਾਲ ਸਾਂਝੇ ਕੀਤੇ। ਵਾਰਤਾਲਾਪ ਇੱਦਾਂ ਇਹ ਚੱਲਦੀ ਰਹਿੰਦੀ ਹੈ। ਕੁਝ ਸਮਾਂ ਵਾਰਤਾਲਾਪ ਕਰਨ ਤੋਂ ਬਾਅਦ ਇਹਨਾਂ ਨੂੰ ਨਿਸ਼ਚਾ ਹੋ ਗਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਫੈਸਲੇ ਤੇ ਰੁਕੇ ਹੋਏ ਨੇ। ਉਹ ਇੱਦਾਂ ਕੁਝ ਨਹੀਂ ਕਰਨਗੇ ਵੀ ਅਸੀਂ ਜੋ ਕੁਝ ਕਹੀਏ ਉਹ ਕਿਸੇ ਭੈ ਵਿੱਚ ਆ ਕਰਕੇ ਸਾਡੀ ਬਾਤ ਨੂੰ ਮੰਨਣ ਤੇ ਆਪਣਾ ਜਿਹੜਾ ਧਰਮ ਹੈ ਉਹ ਤਬਦੀਲ ਕਰਨ। ਫਿਰ ਇਹਨਾਂ ਨੇ ਕੀਤਾ ਕਿ ਕਿਲੇਦਾਰ ਕੋਤਵਾਲ ਜਾਂ ਜਿਹੜੇ ਔਰੰਗਜ਼ੇਬ ਦੀ ਸਭਾ ਦੇ ਮੁੱਖ ਨੁਮਾਇੰਦੇ ਫੌਜਦਾਰ ਆਏ ਸਨ, ਬੜੇ ਹੀ ਵੱਡੇ ਪੁਖਤਾ ਇੰਤਜ਼ਾਮ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੇ ਜਿਹੜੇ 5 ਸਿੱਖ ਮਹਾਰਾਜ ਜੀ ਦੇ ਨਾਲ ਚੱਲੇ ਹੋਏ ਨੇ, ਉਹਨਾਂ ਨੂੰ ਗ੍ਰਿਫਤਾਰ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਹਾਜ਼ਰ ਕੀਤਾ ਜਾਂਦਾ ਹੈ। ਉੱਥੇ ਫਿਰ ਬਾਦਸ਼ਾਹ ਨੇ ਬਹੁਤ ਤਰੀਕਿਆਂ ਦੇ ਨਾਲ ਪ੍ਰੀਖਿਆ ਵੀ ਲਈਆਂ ਹਨ, ਕਿਉਂਕਿ ਸਾਡੇ ਇਤਿਹਾਸ ਵਿੱਚ ਜ਼ਿਕਰ ਮਿਲਦੇ ਨੇ ਅੱਗੇ। ਜਿਵੇਂ ਜਿਵੇਂ ਆਪਾਂ ਇਹ ਸਾਖੀਆਂ ਪੜ੍ਹਦੇ ਜਾਵਾਂਗੇ ਆਪਾਂ ਨੂੰ ਪਤਾ ਲੱਗੇਗਾ। ਕਦੇ ਮਹਾਰਾਜ ਜੀ ਦੀ ਅਜ਼ਮਤ ਨੂੰ ਪਰਖਦਾ ਹੈ ਵੀ ਇਹ ਕਿੰਨੀ ਸ਼ਕਤੀ ਦੇ ਮਾਲਕ ਨੇ, ਕਦੇ ਅੰਦਰ ਨੂੰ ਪਰਖਦਾ ਵੀ ਕਿੰਨਾ ਕੁ ਦੁੱਖ ਝੱਲ ਸਕਦੇ ਨੇ, ਕਦੇ ਉਹਨਾਂ ਦੇ ਸਾਹਮਣੇ ਸਵਾਲ ਕਰਦਾ ਹੈ ਵੀ ਇਹ ਮਜ਼ਹਬ ਦੀਨ ਚੇਂਜ ਕਰਨਗੇ ਕਿ ਨਹੀਂ ਕਰਨਗੇ। ਇੱਦਾਂ ਕਰਕੇ ਬੜੀਆਂ ਪਰਖਾਂ ਕਰਨ ਤੋਂ ਉਪਰੰਤ ਇਹ ਸ਼ਹਾਦਤ ਤੱਕ ਜਿਹੜਾ ਸਫ਼ਰ ਇਹ ਬਣਦਾ ਹੈ। ਸੋ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਬਖਸ਼ਿਸ਼ਾਂ ਵਰਤਾਈਆਂ, ਸਮੁੱਚੇ ਇਤਿਹਾਸ ਦੀਆਂ ਸਾਖੀਆਂ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਨਿਯਮਵਾਰ ਆਪਣੇ ਗ੍ਰੰਥ ਵਿੱਚ ਦਰਜ ਕੀਤੀਆਂ ਨੇ। ਯਤਨ ਕਰਾਂਗੇ ਇਹਨਾਂ ਸਮਿਆਂ ਦੌਰਾਨ ਵਿਸਤਾਰ ਸਹਿਤ ਸਾਰੀ ਵਿਥਿਆ ਗੁਰੂ ਕਾ ਇਤਿਹਾਸ ਆਪ ਸੰਗਤਾਂ ਦੇ ਨਾਲ ਸਾਂਝੇ ਕਰਨ ਦਾ ਜੀ। ਅੱਜ ਇੱਥੇ ਹੀ ਸਮਾਪਤੀ ਹੈ, ਸਮਾਂ ਹੋ ਚੁੱਕਿਆ। ਹੁਣ ਆਪਾਂ ਨੇ ਗੁਰਬਾਣੀ ਦੇ ਕੀਰਤਨ ਸਰਵਣ ਕਰਨੇ ਨੇ। ਗੁਰੂ ਇਤਿਹਾਸ ਨੂੰ ਪੜ੍ਹਦਿਆਂ ਵਾਚਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ। ਮੱਤ ਛੋਟੀ ਹੈ, ਮਹਾਰਾਜ ਜੀ ਕੇ ਜੀਵਨ ਦੀਆਂ ਬਾਤਾਂ ਅਗਾਧ ਬੋਧ ਨੇ, ਵੱਡੀਆਂ ਨੇ। ਸੋ ਆਪ ਸੰਗਤ ਗੁਰਦੇਵ ਅਣਜਾਣ ਸਮਝ ਕਰ ਬਖਸ਼ ਲੈਣ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਹੈ ਜੀ। ਰੰਕ ਰਾਉ ਸਭ ਜਗ ਮੈਂ ਰਹੀ, ਦੰਡੈ ਸ਼ਾਹ ਖੋਟ ਕਿਨ ਲਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।